ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਜੋ ਕਿ ਰਾਮਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 972 ਤੇ ਸੁਸ਼ੋਭਿਤ ਹੈ। ਤਾਲ ਨਾਲ ਸੰਬੰਧਿਤ ਪਹਿਲੇ ਘਰ ਦੇ ਵਿੱਚ ਗਾਇਣ ਦੀ ਹਿਦਾਇਤ ਕੀਤੀ ਹੋਈ ਹੈ। ਮੰਗਲਾਚਰਨ ਅੰਕਿਤ ਏਕ ਓੰਕਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਅਦੁੱਤੀ ਤੇ ਸਰਵਿਆਪਕ ਹੈ। ਗੁਰੂ ਦੀ ਕਿਰਪਾ ਨਾਲ ਇਹੋ ਜਿਹੇ ਪਰਮਾਤਮਾ ਨੂੰ ਮਿਲ ਸਕੀਦਾ ਹੈ। ਆਨੀਲੇ ਕਾਗਦ ਕਾਟੀਲੇ ਗੂਡੀ ਆਕਾਸ਼ ਮਧੇ ਭਰਮੀਅਲੇ ਪੰਚ ਜਨਾ ਸਿਉ ਬਾਤ ਬਤਉਆ ਚੀਤ ਸੋ ਡੋਰੀ ਰਾਖੀਅਲੇ। ਭਗਤ ਨਾਮਦੇਵ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਮਝਾਉਣਾ ਕੀਤਾ ਹੈ ਕਿ ਇਹ ਦੁਨੀਆ ਦੇ ਲੋਕੋ ਉਸ ਪਰਮਾਤਮਾ ਦੀ ਭਗਤੀ ਕਰਨ ਲੱਗਿਆਂ ਮਨ ਦਾ ਇਸ ਚਿੱਤ ਦਾ ਜੁੜਨਾ ਬਹੁਤ ਜ਼ਰੂਰੀ ਹੈ। ਤੇ ਕੇਵਲ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਜੁਗਤੀਆਂ ਦੱਸੀਆਂ ਨੇ ਕਿ ਇਸ ਮਨ ਨੂੰ ਇਕਾਗਰ ਕਿਵੇਂ ਕਰ ਸਕੀਦਾ ਹੈ, ਇਸ ਮਨ ਨੂੰ ਪਰਮਾਤਮਾ ਦੀ ਭਗਤੀ ਵਿੱਚ ਕਿਵੇਂ ਜੋੜ ਸਕੀਦਾ ਹੈ। ਕਿਉਂਕਿ ਤੇ ਧਰਮ ਦੇ ਵਿੱਚ ਆਸਥਾ ਰੱਖਣ ਵਾਲੇ, ਅਧਿਆਤਮਕ ਖੇਤਰ ਦੇ ਵਿੱਚ ਅਭਿਆਸ ਕਰਨ ਵਾਲੇ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਕਿ ਭਾਈ ਮਨ ਦਾ ਟਿਕਣਾ ਅਤ ਜ਼ਰੂਰੀ ਹੈ। ਭਗਤੀ ਕਰਨ ਲੱਗਿਆਂ ਮਨ ਦੀ ਹਾਜ਼ਰੀ ਅਤ ਜ਼ਰੂਰੀ ਹੈ। ਹਾਂ, ਸਰੀਰ ਕਰਕੇ ਅਸੀਂ ਜੁੜ ਬੈਠੇ ਹੁੰਨੇ ਹਾਂ, ਸਰੀਰ ਕਰਕੇ ਅਸੀਂ ਬਾਣੀ ਪੜ੍ਹ ਰਹੇ ਹਾਂ, ਕੰਨਾਂ ਤੋਂ ਸੁਣ ਰਹੇ ਹਾਂ, ਇੱਕ ਸਰੀਰਕ ਕਿਰਿਆਵਾਂ ਹਨ ਜੋ ਅਸੀਂ ਕਰਦੇ ਹਾਂ। ਪਰ ਜੋ ਮਨ ਹੈ ਨਾ, ਉਹ ਮਨ ਇਸ ਸਰੀਰ ਤੋਂ ਕਿਤੇ ਅਲੱਗ ਹੈ। ਤੇ ਜਦੋਂ ਤੱਕ ਮਨ ਦੀ ਹਾਜ਼ਰੀ ਨਹੀਂ ਲੱਗਦੀ, ਜਦੋਂ ਤੱਕ ਤਨ ਦੇ ਨਾਲ ਇਹ ਮਨ ਹਾਜ਼ਰ ਨਹੀਂ ਹੁੰਦਾ, ਉਦੋਂ ਤੱਕ ਜੋ ਕੀਤੀ ਹੋਈ ਭਗਤੀ ਹੈ ਉਹਦੇ ਵਿੱਚ ਅਧੂਰਾਪਨ ਹੀ ਰਹੇਗਾ। ਉਦੋਂ ਤੱਕ ਕੀਤੀ ਹੋਈ ਭਗਤੀ, ਜਪਿਆ ਹੋਇਆ ਨਾਮ, ਉਹ ਕਿਤੇ ਨਾ ਕਿਤੇ ਮਨੁੱਖ ਨੂੰ ਪਰਮਾਤਮਾ ਤੋਂ ਜਾਂ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋਣ ਦੇਗਾ। ਆਪ ਜੀ ਨੂੰ ਚੇਤੇ ਹੋਣਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਹੋਕਾ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਭਈ ਸਾਰੇ ਉਸ ਰੱਬ ਦੀ ਸੰਤਾਨ ਨੇ, ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ ਹੈ। ਭਾਓ ਇਹ ਫਿਰਕੇ ਜੋ ਧਰਮ ਬਣਾਏ ਨੇ ਮੇਰ ਤੇਰ ਦੀ ਭਾਵਨਾ, ਇੱਕ ਕਾਫਿਰ ਕਹਿ ਰਿਹਾ ਹੈ, ਦੂਜਾ ਪਹਿਲੇ ਨੂੰ ਮਲੇਸ਼ ਕਹਿ ਰਿਹਾ ਹੈ। ਉਦੋਂ ਸਾਂਝਾ ਉਪਦੇਸ਼ ਦਿੰਦਿਆਂ ਗੁਰੂ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਿ ਨਾ ਕੋ ਹਿੰਦੂ ਨਾ ਮੁਸਲਮਾਨ। ਉਹਨਾਂ ਲੋਕਾਂ ਨੂੰ ਬੜਾ ਬੁਰਾ ਲੱਗਿਆ। ਜੋ ਬੁਰਾ ਲੱਗਿਆ ਤੇ ਬੁਰਾ ਲੱਗਣ ਨਾਲ ਉਹਨਾਂ ਨੇ ਇੱਕ ਜੁਗਤੀ ਸਿੱਖ ਜਿਹੜੀ ਹੈ ਘੜ ਲਈ। ਕਹਿੰਦੇ ਬਈ ਫਕੀਰ ਕਹਿੰਦਾ ਹੀ ਹੋਏਗਾ, ਉੱਪਰੋਂ ਕਹਿੰਦਾ ਹੋਏਗਾ, ਕਿਉਂਕਿ ਜ਼ੁਬਾਨ ਤੋਂ ਤੇ ਕੁਝ ਵੀ ਕਹਿ ਸਕਦੇ ਆ। ਗੱਲ ਤੇ ਤਾਂ ਹੈ ਨਾ ਜੀ ਅਮਲੀ ਜੀਵਨ ਦੇ ਵਿੱਚ ਹੋਵੇ। ਉਂਝ ਤੇ ਅਸੀਂ ਵੀ ਕਹਿੰਦੇ ਆ ਭਾਈ ਕਿਸੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ, ਪਰ ਦਿਨ ਦਿਹਾੜੇ 'ਚ ਕਿੰਨੇ ਕੁ ਝੂਠ ਅਸੀਂ ਆਪ ਬੋਲਦੇ ਹੋਵਾਂਗੇ। ਉਂਝ ਗੱਲਾਂ ਬਾਤਾਂ ਕਰਨ ਲੱਗਿਆਂ ਅਸੀਂ ਕਵਾਂਗੇ, ਇੱਕ ਦੂਜੇ ਨੂੰ ਸਮਝਾਉਂਦੇ ਵੀ ਹੋਵਾਂਗੇ ਜੀ ਭਾਈ ਕਿਸੇ ਨਾਲ ਧੋਖਾ ਨਾ ਕਰਿਓ, ਧੋਖਾ ਨਹੀਂ ਕਰਨਾ ਚਾਹੀਦਾ। ਪਰ ਹੋ ਸਕਦਾ ਦਿਨ ਦੇ ਵਿੱਚ ਅਸੀਂ ਕਿੰਨਿਆਂ ਕੁ ਨਾਲ ਧੋਖਾ ਕਰਦੇ ਹੋਵਾਂਗੇ। ਉਹਨਾਂ ਨੂੰ ਵੀ ਲੱਗਿਆ ਜੀ ਫਕੀਰ ਹੈ, ਫਕੀਰ ਕਹਿੰਦਾ ਨਾ ਕੋਈ ਹਿੰਦੂ ਨਾ ਮੁਸਲਮਾਨ, ਪਰ ਇਹ ਕਹਿੰਦਾ ਹੀ ਹੋਵੇਗਾ। ਦੇਖਦੇ ਹਾਂ ਕਿੰਨੇ ਕੁ ਬਚਨਾਂ ਦਾ ਬਲੀ ਹੈ, ਕਿੰਨਾ ਕੁ ਬਚਨਾਂ ਦਾ ਪੱਕਾ ਹੈ ਤੇ ਹਿੰਦੂ ਹੀ ਹੈ, ਕਿਉਂਕਿ ਹਿੰਦੂਆਂ 'ਚ ਗਿਣਤੀ ਕਰਦੇ ਸਨ ਉਸ ਵੇਲੇ। ਉਹਨਾਂ ਨੂੰ ਨਹੀਂ ਸਮਝ ਨਹੀਂ ਸੀ ਨਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹਨਾਂ ਨੇ ਕਿਹਾ ਭਈ ਦੇਖਦੇ ਹਾਂ ਕਿੰਨਾ ਕੁ ਬਚਨ ਦਾ ਪੱਕਾ ਹੈ। ਕੁਝ ਮੌਲਵੀ ਨਾਲ ਸਲਾਮ ਦੇ ਵੱਡੇ ਅਹੁਦੇਦਾਰ ਇਕੱਠੇ ਹੋ ਕੇ ਆਏ
ਕਹਿਣ ਲੱਗੇ ਜੀ ਤੁਸਾਂ ਮੰਨਦੇ ਹੋ ਕਿ ਪਰਮਾਤਮਾ ਦੀਆਂ ਸੰਤਾਨ ਨੇ ਸਾਰੀਆਂ, ਕੋਈ ਭੇਦ ਨਹੀਂ ਹੈ? ਕਹਿੰਦੇ ਭਾਈ ਬਿਲਕੁਲ ਮੰਨਣਾ ਕੀ ਹੈ, ਤੇ ਸੱਚ ਹੈ। ਕਹਿੰਦੇ ਜੀ ਠੀਕ ਹੈ, ਮੰਨਦੇ ਹਾਂ ਅਸਾਂ ਵੀ, ਪਰ ਜੇ ਇਹੋ ਜੀ ਗੱਲ ਹੈ ਤੇ ਸਾਡੇ ਨਾਲ ਮਸਜਿਦ ਵਿੱਚ ਆਓ ਤੇ ਉਸ ਨਮਾਜ਼, ਉਸ ਅੱਲਾਹ ਦੀ, ਖੁਦਾ ਦੀ ਨਮਾਜ਼ ਅਦਾ ਕਰੋ। ਪੁੱਛਿਆ ਜੀ ਕਿਸ ਦੀ ਹੈ? ਕਹਿੰਦੇ ਖੁਦਾ ਦੀ। ਖੁਦਾ ਕੌਣ ਹੈ? ਖੁਦ ਤੋਂ ਪੈਦਾ ਹੋਇਆ, ਭਾਵ ਨਿਰੰਜਨ। ਕਹਿੰਦੇ ਠੀਕ ਹੈ ਭਾਈ, ਖੁਦਾ ਦੀ ਇਬਾਦਤ ਕਰਨੀ ਹੈ ਨਾ, ਤੇ ਖੁਦਾ ਦੀ ਇਬਾਦਤ ਕਰਨੀ ਹੈ ਜਿੱਥੇ ਮਰਜ਼ੀ ਕਰ ਸਕਦੇ ਆ, ਕੀ ਹਰਜ਼ ਹੈ? ਜਿੱਥੇ ਚਲੋਗੇ ਚੱਲ ਪਵਾਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਜਾਉਂਦੇ ਨੇ, ਇਕਰਾਰ ਕਰ ਲਿਆ ਜੀ ਹਾਂ ਅਸੀਂ ਤੁਹਾਡੇ ਨਾਲ ਨਮਾਜ਼ ਅਦਾ ਕਰਾਂਗੇ। ਅਸੀਂ ਨਾਲ ਇਕੱਠੇ ਹੋ ਕੇ, ਮੌਲਵੀ ਹੈ, ਰਾਜਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਤਿੰਨੇ ਆਗੂ ਬਣ ਗਏ। ਪਿੱਛੇ ਸਾਰੀ ਪਬਲਿਕ ਹੈ, ਬਹੁਤ ਸੰਗਤ ਹੈ, ਬਹੁਤ ਲੋਕਾਂ ਦੇ ਇਕੱਠ, ਕਿ ਬੜੀ ਅਨਹੋਨੀ ਹੋਣ ਵਾਲੀ ਹੈ। ਵੱਡਾ ਫਕੀਰ ਮਸਜਿਦ ਵਿੱਚ ਜਾਏਗਾ, ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਨ ਦਾ ਇਕਰਾਰ ਕਰ ਬੈਠਾ ਹੈ। ਵੇਖਾਂਗੇ ਅੱਜ ਕੀ ਹੋਣਾ ਹੈ। ਅੱਜ ਜ਼ਰੂਰ ਜੋ ਸੂਰਜ ਪ੍ਰਕਾਸ਼ 'ਚ ਲਿਖਿਆ ਹੈ ਉਹ ਬੜੇ ਢੰਗ ਦੇ ਨਾਲ, ਵਿਸਥਾਰ ਨਾਲ ਕੀਤਾ ਹੈ। ਲੋਕਾਂ ਦੇ ਵਿੱਚ ਦੂਰ ਤੱਕ ਗੱਲ ਫੈਲ ਗਈ ਜੀ ਅੱਜ ਜ਼ਰੂਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਧਰਮ ਹੈ ਉਹਨਾਂ ਨੇ ਹਾਰ ਜਾਣਾ ਹੈ ਜੀ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਇਸਲਾਮ ਦੇ ਦਾਇਰੇ 'ਚ ਆ ਜਾਣਗੇ, ਇਸਲਾਮ ਕਬੂਲ ਕਰ ਲੈਣਾ ਹੈ। ਬੜੀਆਂ ਗੱਲਾਂ ਲੋਕਾਂ 'ਚ ਇਸ ਤਰ੍ਹਾਂ ਦੀਆਂ ਫੈਲ ਗਈਆਂ, ਜਿੱਥੇ ਤੱਕ ਗੱਲ ਪਹੁੰਚਦੀ ਹੈ ਲੋਕਾਂ ਦਾ ਇਕੱਠ ਮਜ਼ੂਮ ਮਸਜਿਦ ਵੱਲ ਉਮੜ ਪੈਂਦਾ ਹੈ। ਇਕਰਾਰ ਹੋ ਗਿਆ। ਕਹਿੰਦੇ ਰਾਜਨ ਅਤੇ ਮੌਲਵੀ ਜੀ ਅਸਾਂ ਇਕੱਠੇ ਹੋ ਕੇ ਨਮਾਜ਼ ਅਦਾ ਕਰਾਂਗੇ, ਸੋ ਖੁਦਾ ਦੀ ਇਬਾਦਤ ਕਰਾਂਗੇ ਇਕੱਠੇ ਹੋ ਕੇ, ਸਾਥ ਰਲ ਕੇ। ਕਹਿੰਦੇ ਜੀ ਬਿਲਕੁਲ ਠੀਕ ਹੈ। ਉਧਰ ਨਮਾਜ਼ ਦਾ ਸਮਾਂ ਹੋਇਆ। ਜਿਉਂ ਹੀ ਸਮਾਂ ਹੋਇਆ, ਇਹ ਰਾਜਾ ਤੇ ਇਹ ਮੌਲਵੀ ਦੋਵੇਂ ਨਮਾਜ਼ ਅਦਾ ਕਰਨ ਲੱਗ ਪਏ। ਜਿਵੇਂ ਨਮਾਜ਼ ਅਦਾ ਕਰਨ ਲੱਗਿਆਂ ਕੁਝ ਸਰੀਰਕ ਹਰਕਤਾਂ ਹੁੰਦੀਆਂ ਨੇ, ਬੈਠਣਾ, ਘੁਟਨੇ ਵੱਲ ਬਹਿਣਾ, ਫਿਰ ਕੰਨਾਂ ਨੂੰ ਹੱਥ ਲਾਣੇ, ਸਿਰ ਪਰ ਹੱਥ ਉਤਾਂਹ ਨੂੰ ਕਰਨੇ, ਇਹੋ ਜਿਹੀਆਂ ਕਿਰਿਆਵਾਂ ਹੁੰਦੀਆਂ ਨੇ। ਉਹ ਨਮਾਜ਼ ਅਦਾ ਕਰ ਰਹੇ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਮਾਜ਼ ਅਦਾ ਨਾ ਕੀਤੀ, ਪਰ ਕੋਈ ਸਰੀਰਕ ਹਰਕਤ ਨਾ ਕੀਤੀ, ਖੜੇ ਰਹੇ। ਸਮਾਂ ਨਿਕਲ ਗਿਆ। ਜਦੋਂ ਸਮਾਂ ਨਿਕਲ ਗਿਆ ਦੋਵੇਂ ਅੱਗ ਬਬੂਲਾ ਹੋ ਗਏ, ਕ੍ਰੋਧ ਨਾਲ ਭਰ ਗਏ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਕੀਰ ਤੂੰ ਸਾਡੀ ਬੇਇੱਜ਼ਤੀ ਕਰਨੀ ਸੀ, ਸਾਨੂੰ ਨੀਵਾਂ ਵਿਖਾਣਾ ਸੀ, ਤੇ ਕਿਉਂ ਆਇਆ? ਪਹਿਲਾਂ ਹੀ ਦੱਸ ਦਿੰਦਾ ਕਿ ਹਾਂ ਅਸੀਂ ਨਮਾਜ਼ ਅਦਾ ਨਹੀਂ ਕਰਨੀ ਹੈ। ਪਹਿਲਾਂ ਤੁਸੀਂ ਇਕਰਾਰ ਕਰ ਬੈਠੇ ਤੇ ਹੁਣ ਜਦੋਂ ਸਮਾਂ ਆਇਆ ਤੇ ਮੁਕਰ ਗਏ ਆਪਣੀ ਗੱਲ ਤੋਂ। ਅਸੀਂ ਇਹੀ ਤੇ ਦੇਖਣਾ ਚਾਹੁੰਦੇ ਸੀ, ਤੁਸੀਂ ਝੂਠੇ ਸਾਬਤ ਹੋਏ ਹੋ। ਜ਼ਬਾਨ ਤੋਂ ਕੁਝ ਹੋਰ ਕਹਿੰਦੇ ਹੋ, ਕਥਨੀ ਦੇ ਵਿੱਚ ਕੁਝ ਹੋਰ ਹੈ, ਕਰਨੀ ਦੇ ਵਿੱਚ ਕੁਝ ਹੋਰ ਹੈ। ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੇ ਨਿਮਰਤਾ ਸੁਭਾਅ ਨਾਲ ਕਿਹਾ, ਕਹਿੰਦੇ ਮੌਲਵੀ ਜੀ ਗੁੱਸਾ ਕਿਉਂ ਹੁੰਦੇ ਹੋ? ਰਾਜਨ ਕਿਉਂ ਕ੍ਰੋਧ ਤੇ ਹੁੰਦੇ ਹੋ? ਮੈਂ ਤੇ ਕੋਈ ਕਥਨੀ ਤੋਂ ਨਹੀਂ ਪਲਟਿਆ, ਮੈਂ ਤੇ ਕੋਈ ਆਪਣੇ ਕਹੇ ਹੋਏ ਬੋਲਾਂ ਤੋਂ ਨਹੀਂ ਬਦਲਿਆ। ਮੈਂ ਇਕਰਾਰ ਕੀਤਾ ਸੀ ਜੀ ਇਕੱਠੇ ਹੋ ਕੇ ਨਮਾਜ਼ ਅਦਾ ਕਰਾਂਗੇ। ਕਹਿੰਦੇ ਬਿਲਕੁਲ, ਕਿ ਮੈਂ ਤੇ ਇਕੱਠੇ ਹੋਣ ਦੀ ਗੱਲ ਕੀਤੀ ਸੀ ਤੇ ਇਕੱਠੇ ਤਾਂ ਅਸੀਂ ਹੋਏ ਨਹੀਂ। ਮੈਂ ਤੇ ਉਡੀਕ ਕਰਦਾ ਰਿਹਾ ਕਦੋਂ ਇਕੱਠੇ ਹੋਵਾਂਗੇ, ਕਦੋਂ ਇਕੱਠੇ ਹੋਵਾਂਗੇ। ਸਮਾਂ ਨਮਾਜ਼ ਦਾ ਨਿਕਲ ਗਿਆ, ਇਬਾਦਤ ਦਾ ਸਮਾਂ ਲੰਘ ਗਿਆ ਜੋ ਤੁਹਾਡਾ ਮੁਕਰਰ ਕੀਤਾ ਹੋਇਆ ਸੀ, ਇਕੱਠੇ ਤੇ ਹੋ ਹੀ ਨਹੀਂ ਸਕੇ। ਫਿਰ ਮੈਂ ਕਿਸ ਦੇ ਨਾਲ ਨਮਾਜ਼ ਅਦਾ ਕਰਨੀ ਸੀ, ਕਿਸ ਨਾਲ ਇਬਾਦਤ ਕਰਨੀ ਸੀ ਉਸ ਖੁਦਾ ਦੀ? ਬੜੇ ਹੈਰਾਨ ਹੋਏ। ਕਹਿੰਦੇ ਸੀ ਤੇ ਬੜਾ ਸਿਆਣਾ ਸਮਝਦੇ ਸਾਂ ਇਸ ਫਕੀਰ ਨੂੰ, ਪਰ ਤੇ ਝੱਲਾ ਨਹੀਂ, ਗੱਲਾਂ ਇਹੋ ਜਿਹੀ ਝੱਲੇ ਵਾਲੀ ਕਰਦਾ, ਪਾਗਲਾਂ ਵਾਂਗੀ ਕਰਦਾ। ਕਹਿੰਦੇ ਤੁਹਾਡੇ ਨਾਲ ਖੜੇ ਸਾਂ, ਦਿਸਦੇ ਨਹੀਂ ਸਨ? ਅਸਾਂ ਤੁਹਾਡੇ ਨਾਲ ਖੜੇ ਸਾਂ, ਨਾਲ ਹੋ ਕੇ ਅਸੀਂ ਨਮਾਜ਼ ਅਦਾ ਕੀਤੀ ਹੈ। ਸਾਰੀ ਇਹ ਜੋ ਸੰਗਤ ਹੈ, ਇਕੱਠ ਹੈ ਲੋਕਾਂ ਦਾ, ਇਹਨਾਂ ਨੇ ਵੇਖਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਕਹਿੰਦੇ ਤੁਸੀਂ ਸਮਝੇ ਨਹੀਂ ਭਾਈ, ਮੈਂ ਤੇ ਉਸ ਇਬਾਦਤ ਦੀ ਗੱਲ ਕਰਦਾ ਰੱਬ ਦੀ, ਤੇ ਰੱਬ ਦੀ ਇਬਾਦਤ ਕੀ ਕੇਵਲ ਸਰੀਰ ਦਾ ਵਿਸ਼ਾ ਹੈ?
ਪਰਮਾਤਮਾ ਦੀ ਭਗਤੀ ਕਿਸ ਸਰੀਰ ਨਾਲ ਹੁੰਦੀ ਹੈ? ਜਿਹੜੀ ਮੈਂ ਗੱਲ ਕਰਦਾ ਸਾਂ, ਕਹਿੰਦੇ ਐ ਰਾਜਨ, ਤੁਸੀਂ ਤੇ ਕਾਬੁਲ ਦੇ ਵਿੱਚ ਘੋੜੇ ਖਰੀਦੇ ਪਏ ਸਨ। ਤੁਸੀਂ ਤਾਂ ਕਾਬੁਲ ਦੇ ਵਿੱਚ ਮੌਜੂਦ ਸੀ, ਉੱਥੇ ਤੁਹਾਡਾ ਮਨ ਸੀ। ਤੇ ਜੇ ਤੁਸੀਂ ਸੱਚ ਬੋਲੋ ਤੇ ਦੱਸ ਦਿਓ ਤੁਸੀਂ ਖੁਦਾ ਦੇ ਘਰ ਦੇ ਵਿੱਚ ਖੜੇ ਹੋ, ਬੜਾ ਸਨਮਾਨ ਦਿੰਦੇ ਹੋ ਮਸਜਿਦ ਨੂੰ, ਕੀ ਗੱਲ ਠੀਕ ਹੈ? ਉਹ ਰਾਜਾ ਵੀ ਮੰਨ ਗਿਆ ਕਿ ਹਾਂ ਗੱਲ ਬੜੀ ਸਹੀ ਹੈ, ਮੇਰਾ ਮਨ ਵਾਕਈ ਉੱਥੇ ਸੀ, ਮੈਂ ਵਾਕਈ ਸੋਚਦਾ ਪਿਆ ਸੀ ਕਾਬੁਲ ਦੇ ਘਰ, ਕਾਬੁਲ ਦੇ ਵਿੱਚ ਘੋੜੇ ਖਰੀਦਾ ਪਿਆ ਸੀ, ਸੌਦਾ ਕਰਦਾ ਸੀ ਘੋੜਿਆਂ ਦਾ। ਇਹਦੀਆਂ ਅੱਖਾਂ ਨੀਵੀਆਂ ਹੋ ਗਈਆਂ, ਕੋਈ ਜਵਾਬ ਅੱਗੋਂ ਨਾ ਆਇਆ। ਮੌਲਵੀ ਅੱਗੋਂ ਕਹਿੰਦੇ ਠੀਕ ਹੈ, ਚਲੋ ਰਾਜਾ ਜੀ ਦਾ ਜੋ ਮਨ ਹੈ ਉਹ ਭਟਕਦਾ ਹੋਏਗਾ, ਉੱਥੇ ਹੋਏਗਾ, ਤੇ ਮੇਰੇ ਨਾਲ ਤੇ ਨਮਾਜ਼ ਅਦਾ ਕਰ ਲੈਣੀ ਸੀ, ਮੈਂ ਤੇ ਮੌਜੂਦ ਸਾਂ। ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੀ ਹਾਲਤ ਵੀ ਦੱਸੀ। ਕਹਿੰਦੇ ਜੀ ਤੁਹਾਡਾ ਮਨ ਤੇ ਆਪਣੇ ਘਰ ਦੇ ਪਿੱਛੇ ਨਾ ਲੱਗਦੇ ਟੋਏ ਦੇ ਵਿੱਚ ਸੀ, ਕਿ ਜੋ ਘੋੜੀ ਸੂਈ ਹੋਈ ਹੈ ਉਹ ਕਿਤੇ ਉਹਦਾ ਬੱਛਾ ਉਹਦੇ ਡਿੱਗਣਾ ਪਏ ਟੋਏ ਦੇ ਵਿੱਚ। ਤੁਸੀਂ ਤੇ ਉਸ ਬੱਛੇ ਦੀ ਰਾਖੀ ਕਰ ਰਹੇ ਸੀ, ਬੱਚੇ ਦੀ ਰਾਖੀ ਕਰ ਰਹੇ ਸੀ। ਉਦੋਂ ਮੌਲਵੀ ਨੇ ਵੀ ਮੰਨ ਲਿਆ ਕਿ ਹਾਂ ਗੱਲ ਤੇ ਠੀਕ ਹੈ। ਹੁਣ ਇੰਨੀ ਕੁ ਗੱਲ ਕਹਿਣ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਰਥ ਹੀ ਇਹ ਸੀ। ਇੱਥੇ ਕੋਈ ਨੀਵਾਂ ਉੱਚਾ ਦਿਖਾਉਣ ਦੀ ਗੱਲ ਨਹੀਂ, ਇੱਥੇ ਕੋਈ ਨਵਾਜ਼ ਜਾਂ ਕਿਤੇ ਹੋਰ ਕੋਈ ਤਰ੍ਹਾਂ ਦੀ ਬੰਦਗੀ ਜਾਂ ਕਿਸੇ ਹੋਰ ਤਰੀਕੇ ਦੀ ਗੱਲ ਦਾ ਕੋਈ ਵਿਸ਼ਾ ਨਹੀਂ ਹੈ। ਇੱਥੇ ਵਿਸ਼ਾ ਹੀ ਇਹ ਸੀ, ਇੱਥੇ ਸਿੱਖਿਆ ਦਾ ਦੇਣ ਦਾ ਅਰਥ ਹੀ ਇਹ ਸੀ, ਇੱਥੇ ਦਾ ਜੋ ਮਤਲਬ ਸੀ ਇਹੀ ਸੀ ਕਿ ਭਾਈ ਭਾਵੇਂ ਹੋਵੇ ਖੁਦਾ, ਭਾਵੇਂ ਹੋਵੇ ਉਹ ਰਾਮ, ਤੇ ਭਾਵੇਂ ਹੋਵੇ ਗੁਰੂ, ਆਪੋ ਆਪਣੇ ਧਰਮ ਮੁਤਾਬਕ ਜਿਸ ਦੇ ਉੱਤੇ ਆਸਥਾ, ਵਿਸ਼ਵਾਸ ਹੈ, ਭਰੋਸਾ ਹੈ, ਪਰ ਜਿਸ ਨੂੰ ਵੀ ਚੇਤੇ ਕਰ ਰਹੇ ਹਾਂ, ਜਿਸ ਦੀ ਵੀ ਇਬਾਦਤ ਕਰ ਰਹੇ ਹਾਂ, ਜ਼ਰੂਰੀ ਹੈ ਉਹਦੇ ਵਾਸਤੇ ਕਿ ਮਨ ਦੀ ਹਾਜ਼ਰੀ ਹੋਵੇ, ਮਨ ਦੀ ਹਾਜ਼ਰੀ ਹੋਵੇ। ਜੇ ਸਰੀਰ ਮੌਜੂਦ ਹੈ, ਮਨ ਭਟਕਦਾ ਫਿਰਦਾ ਹੈ, ਮਨ ਹਾਜ਼ਰ ਨਹੀਂ ਹੈ, ਤੇ ਤਾਂ ਕਿਤੇ ਨਾ ਕਿਤੇ ਗੱਲ ਅਧੂਰੀ ਰਹਿੰਦੀ ਹੈ, ਗੱਲ ਅਧੂਰੀ ਰਹਿ ਜਾਂਦੀ ਹੈ। ਉਸ ਮੁਕਾਮ ਤੇ ਨਹੀਂ ਪਹੁੰਚ ਸਕੀਦਾ ਜਿਸ ਮੁਕਾਮ ਤੇ ਭਗਤੀ ਸਾਨੂੰ ਲੈ ਕੇ ਅਪੜਦੀ ਹੈ। ਉਸ ਮੁਕਾਮ ਤੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਨਹੀਂ ਹੈ ਜੀ ਮਨ ਨਹੀਂ ਲੱਗਦਾ ਤੇ ਬਾਣੀ ਪੜ੍ਹਨੀ ਛੱਡ ਦੋ, ਇਹ ਨਹੀਂ ਹੈ ਜੀ ਮਨ ਨਹੀਂ ਲੱਗਦਾ ਜੀ ਸੰਗਤ ਕਰਨੀ ਛੱਡ ਦੋ। ਪਰ ਇੱਕ ਮੁਕਾਮ ਦੀ ਗੱਲ ਹੈ, ਜਿਸ ਮਨ ਚਿੱਤ, ਮਨ ਤੇ ਸੁਰਤ ਜਿਹੜੀ ਹੈ ਇਕਾਗਰ ਹੋ ਜਾਵੇ, ਤੇ ਭਾਈ ਇਹ ਫਿਰ ਸ਼ਬਦ ਸਾਨੂੰ ਪਰਮਾਤਮਾ ਦੇ ਦਰ ਤੱਕ ਲੈ ਕੇ ਆਪਣਨ ਵਾਲਾ ਹੈ। ਜੇ ਮਨ ਸਾਡਾ, ਜੋ ਸੁਰਤ ਸਾਡੀ ਹੈ, ਸ਼ਬਦ ਵਿੱਚ ਪ੍ਰੁੱਝ ਆਏ, ਜਿਹੜੀ ਹੈ ਇਹਦੇ ਵਿੱਚ ਬਿੰਨੀ ਜਾਏ, ਤਾਂ ਇਹ ਸ਼ਬਦ ਸਾਨੂੰ ਫਿਰ ਪਰਮਾਤਮਾ ਦੇ ਦਰ ਤੇ ਲੈ ਕੇ ਜਾਣ ਵਾਲਾ ਹੈ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਵੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨ ਦੀ ਇੱਕ ਘਟਨਾ ਸ਼ਬਦ ਨਾਲ ਸੰਬੰਧਿਤ ਇਸ ਵਿੱਚ ਤਾਂ ਗੱਲ ਕਰ ਰਹੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ ਤੇ ਗੱਲ ਚੇਤੇ ਆਈ ਹੈ। ਸ਼ਬਦ ਦੇ ਆਧਾਰ ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਸੀ। ਸੰਪੂਰਨਤਾ ਦਿਵਸ, ਸੰਪੂਰਨਤਾ ਦਾ ਅਰਥ ਹੈ ਕੱਲ ਦਿਹਾੜਾ ਸੀ ਜਦੋਂ ਆਦਿ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਵਿੱਚ ਕਰਾਇਆ ਪਹਿਲੀ ਵਾਰ। ਤੇ ਸੰਪੂਰਨਤਾ ਦਾ ਅਰਥ ਹੈ ਕਿ ਜਿਸ ਵੇਲੇ ਆਪ ਜੀ ਨੂੰ ਪਤਾ ਹੋਣਾ ਇਤਿਹਾਸ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਹਰਿਮੰਦਰ ਸਾਹਿਬ ਹੈ, ਹਰਿਮੰਦਰ ਸਾਹਿਬ ਤੇ ਕੁਝ ਸਮਾਂ ਤੋਂ ਬਾਅਦ ਪੰਜਵੇਂ ਪਾਤਸ਼ਾਹੀ ਤੋਂ ਛੇਵੇਂ ਪਾਤਸ਼ਾਹੀ ਤੋਂ ਬਾਅਦ ਜਿਹੜੇ ਉੱਥੇ ਮਹੰਤ ਕਾਬਜ਼ ਹੋ ਗਏ ਨੇ, ਮਹੰਤਾਂ ਨੇ ਉੱਥੇ ਕਬਜ਼ਾ ਕਰ ਲਿਆ ਇੱਕ ਤਰੀਕੇ ਨਾਲ, ਜੋ ਪ੍ਰਬੰਧ ਆਪਣੇ ਹੇਠ ਲੈ ਲਿਆ। ਇੰਨੇ ਕਾਬਜ਼ ਹੋ ਗਏ ਨੇ, ਆਪਣੀ ਮਨਮਰਜ਼ੀ ਦੇ ਉੱਥੇ ਨਿਯਮ ਬਣਾ ਲਏ, ਆਪਣੀ ਮਨਮਰਜ਼ੀ ਦੀਆਂ ਉੱਥੇ ਮਰਿਆਦਾਵਾਂ ਬਣਾ ਲਈਆਂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪ੍ਰਗਟ ਹੋਏ ਗੁਰੂ ਬਣ ਕੇ ਬਾਬਾ ਬਕਾਲੇ, ਤੇ ਸੰਗਤਾਂ
ਗੁਰੂ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਹਰਿਮੰਦਰ ਸਾਹਿਬ ਪਹੁੰਚਦੀਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਵੀ ਨਹੀਂ ਹੋਣ ਸੀ ਦਿੱਤਾ ਗਿਆ। ਦਰਵਾਜ਼ੇ ਭਿੜ ਲਏ ਸਨ ਮਹੰਤਾਂ ਨੇ। ਇਹੋ ਜਿਹਾ ਜੀਵਨ ਨਿੱਗਰ ਚੁੱਕਿਆ ਸੀ ਲੋਕਾਂ ਦਾ। ਤੇ ਜਦੋਂ ਅਗਾਂਹ ਇਸੇ ਸਮਾਂ ਜਿਹੜਾ ਹੈ ਸਮਾਂ ਚੱਲਦਾ ਜਾਂਦਾ, ਆਪਣੀ ਚਾਲ ਦਸਵੇਂ ਪਾਤਸ਼ਾਹ ਜੀ ਦੇ ਸਮਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ, ਕਿਉਂਕਿ ਬੀੜ ਫਿਰ ਧੀਰਮਲੀਆਂ ਦੇ ਕਾਬਜ ਹੋ ਗਏ। ਧੀਰਮਲੀਏ ਜਿਹੜੇ ਸਨ, ਧੀਰਮਲ ਦੇ ਕੋਲ ਇਹ ਆ ਗਈ ਸੀ ਬੀੜ। ਤੇ ਜਦੋਂ ਧੀਰਮਲੀਏ ਨੇ, ਜਦੋਂ ਪਾਤਸ਼ਾਹ ਜੀ ਤੇ ਹੋਰ ਉੱਗੇ ਹੋਏ ਸਿੱਖ ਜਿਹੜੇ ਸਨ ਉਹਨਾਂ ਤੋਂ ਇਹ ਬੀੜ ਮੰਗੀ, ਭਾਈ ਗੁਰੂ ਗ੍ਰੰਥ ਸਾਹਿਬ ਜੀ ਗੁਰਤਾ ਗੱਦੀ ਦੇ ਕੇ ਗਏ ਸਨ ਪੰਜਵੇਂ ਪਾਤਸ਼ਾਹ ਜੀ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦੇ ਦਿਓ। ਭਾਈ ਤੁਸੀਂ ਜਿੱਥੇ ਰਹਿਣਾ ਰਹੋ, ਨਹੀਂ ਅਸੀਂ ਕੋਈ ਮਾਲ ਧਨ ਦੇ ਭੁੱਖੇ ਆ, ਨਹੀਂ ਸਾਨੂੰ ਪਦਾਰਥ ਚਾਹੀਦੇ, ਸਾਨੂੰ ਬਾਣੀ ਦਾ ਇਹ ਖਜ਼ਾਨਾ, ਬਾਣੀ ਦਾ ਸਰੂਪ ਦੇ ਦਿਓ। ਕਿ ਲਾਲਚੀ ਬੰਦੇ ਨੂੰ ਕੀ ਚਾਹੀਦਾ? ਧਨ ਚਾਹੀਦਾ, ਪਦਾਰਥ ਚਾਹੀਦਾ। ਉਹਨਾਂ ਨੂੰ ਗਿਆਨ ਨਾਲ ਥੋੜੀ ਨਾ ਮਤਲਬ ਹੈ। ਪਰ ਅੱਗੋਂ ਧੀਰਮਲ ਨੇ ਹੋਰ ਮੀਣਾ ਮਾਣਿਆ। ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਗੁਰੂ ਹਨ ਤੇ ਕਹਿੰਦੇ ਗੁਰੂ ਸਮਰੱਥ ਹੈ। ਭਾਈ ਗੁਰੂ ਤੇ ਸਮਰੱਥ ਮੰਨਦੇ ਹੋ ਨਾ ਤੁਸੀਂ, ਜੇ ਗੁਰੂ ਨੂੰ ਸਮਰੱਥ ਮੰਨਦੇ ਹੋ ਤੇ ਆਪੇ ਬਾਣੀ ਲਿਖਾ ਲੈਣ, ਆਪੇ ਬਾਣੀ ਲਿਖਵਾ ਲੈਣ ਉਹਨਾਂ ਤੇ, ਉਹਨਾਂ ਜਿਹੜਾ ਹੈ ਆਪਣੇ ਆਪ ਹੀ ਬਾਣੀ ਨੂੰ ਉਚਾਰਨ ਕਰ ਦੇਣ। ਤੇ ਉਸ ਵੇਲੇ ਗੁਰੂ ਘਰ ਤੇ ਜਦੋਂ ਉਂਗਲ ਚੁੱਕਦਾ ਹੈ, ਗੁਰੂ ਦੀ ਸਮਰੱਥਾ ਤੇ ਜਦੋਂ ਉਹ ਸ਼ੰਕਾ ਬਣਾਉਂਦਾ ਹੈ, ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਪਾਸੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਵਾਈ ਹੈ, ਸੰਪੂਰਨ ਬਾਣੀ। ਸੰਪੂਰਨ ਬਾਣੀ ਪਾਤਸ਼ਾਹ ਜੀ ਉਚਾਰਨ ਕਰਦੇ ਰਹੇ ਨੇ, ਇਕਾਗਰ ਹੋ ਕੇ ਬੈਠ ਕੇ ਭਾਈ ਮਨੀ ਸਿੰਘ ਜੀ ਲਿਖਦੇ ਗਏ ਨੇ। ਤੇ ਇੱਕ ਸਰੂਪ ਤਿਆਰ ਹੋਇਆ ਹੈ ਉੱਥੇ। ਜਿੱਥੇ ਸਰੂਪ ਤਿਆਰ ਹੋਇਆ, ਸਰੂਪ ਦੀ ਇੱਕ ਵਿਸ਼ੇਸ਼ਤਾ ਔਰ ਕਿ ਉਸ ਸਰੂਪ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਅੰਕਿਤ ਹੋਈ ਹੈ। ਜੋ ਆਦਿ ਪੀੜ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦਰਜ ਨਹੀਂ ਹੈ, ਕਿਉਂਕਿ ਨੌਵੇਂ ਪਾਤਸ਼ਾਹ ਜੀ ਬਾਅਦ ਵਿੱਚ ਹੋਏ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਆਦਿ ਬੀੜ ਦੀ ਸਾਰੀ ਬਾਣੀ ਅੰਕਿਤ ਕਰਾਈ ਹੈ, ਆਪਣੀ ਜ਼ੁਬਾਨੀ ਉਚਾਰ ਕੇ ਲਿਖਵਾਉਣਾ ਕੀਤੀ ਹੈ ਸਰੂਪ ਦੇ ਵਿੱਚ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਨੂੰ ਵੀ ਅੰਕਿਤ ਕਰਾਇਆ ਹੈ। 31 ਰਾਗਾਂ ਦੇ ਵਿੱਚ ਬਾਣੀ ਹੈ। ਜੋ ਆਦਿ ਗ੍ਰੰਥ ਹੈ ਉਹਦੇ ਵਿੱਚ 30 ਰਾਗਾਂ ਵਿੱਚ ਬਾਣੀ ਦਰਜ ਹੈ। ਉਹਦੇ 975 ਰੰਗ ਨੇ ਆਦਿ ਬੀੜ ਦੇ। ਤੇ ਜੋ ਮੌਜੂਦਾ ਬੀੜ ਹੈ, ਇਸ ਬੀੜ ਦਾ ਜੋ ਪ੍ਰਕਾਸ਼ ਅੱਜ ਗੁਰੂ ਘਰਾਂ ਦੇ ਵਿੱਚ ਹੁੰਦਾ ਹੈ, ਇਹ ਉਹੀ ਬੀੜ ਹੈ ਜਿਸ ਦਾ ਸੰਪੂਰਨਤਾ ਦਿਵਸ ਹੈ। ਜਿੱਥੇ ਗੁਰੂ ਘਰਾਂ ਦੇ ਵਿੱਚ ਜਿੰਨੇ ਵੀ ਸਰੂਪ ਅਸੀਂ ਵੇਖ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਰਖਾਉਂਦੇ ਹਾਂ, ਅਖੰਡ ਪਾਠ, ਸਹਿਜ ਪਾਠ, ਇਹ ਉਹੀ ਬੀੜ ਹੈ, ਇਹ ਉਹੀ ਸਰੂਪ ਹੈ ਜਿਸ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਕੰਮਲ ਕੀਤਾ ਹੈ। ਤੇ ਉਸ ਬੀੜ ਦਾ ਨਾਮ ਆਮ ਕਰਕੇ ਦਮਦਮੀ ਬੀੜ ਰੱਖਿਆ ਜਾਂਦਾ ਹੈ। ਦਮਦਮੀ ਬੀੜ ਸੁਣਿਆ ਹੋਣਾ ਹੈ। ਤੇ ਦਮਦਮੀ ਬੀੜ ਤਾਂ ਕਿਉਂਕਿ ਦਮਦਮਾ ਸਾਹਿਬ ਦੇ ਧਰਤੀ ਤੇ ਟਿਕੇ ਪਾਤਸ਼ਾਹ ਜੀ ਨੇ ਇਸ ਕਾਰਜ ਨੂੰ ਸੰਪੂਰਨ ਕੀਤਾ ਹੈ, ਇਸ ਕਰਕੇ ਦਮਦਮੀ ਬੀੜ ਕਿਹਾ ਜਾਂਦਾ ਹੈ। ਇਹਦਾ ਸੰਪੂਰਨਤਾ ਦਿਵਸ ਹੈ। ਗੱਲ ਕਰ ਰਹੇ ਸੀ ਆਪਾਂ ਸ਼ਬਦ ਦੀ, ਕਿ ਸ਼ਬਦ ਦੀ ਸਮਰੱਥਾ ਹੈ। ਜਿਸ ਵੇਲੇ ਮਨ, ਜਿਸ ਵੇਲੇ ਸੁਰਤ ਇਸ ਸ਼ਬਦ ਵਿੱਚ ਜੁੜਦੀ ਹੈ, ਉਸ ਵੇਲੇ ਮਨੁੱਖ ਨੂੰ ਇਹ ਸ਼ਬਦ ਪਰਮਾਤਮਾ ਤੱਕ ਅਪਣਾਉਣ ਦੀ ਤਾਕਤ ਰੱਖਦਾ ਹੈ, ਸਮਰੱਥਾ ਰੱਖਦਾ ਹੈ। ਜੇ ਹਿਰਦਾ ਪਰੋ ਦਿੱਤਾ ਜਾਏ, ਇਸ ਸ਼ਬਦ ਦੇ ਵਿੱਚ ਪੁਰ ਜਾਏ, ਜੁੜ ਜਾਏ। ਇੱਕ ਵਾਰ ਦੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਿਕਾਰ ਖੇਡਣ ਜਦੋਂ ਗਏ ਨੇ, ਸਿੱਖ ਨਾਲ ਨੇ, ਤੇ ਪਾਤਸ਼ਾਹ ਜੀ ਜਿਵੇਂ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਪੁਰਾਤਨ ਸਾਖੀਆਂ ਦੇ ਵਿੱਚ, ਕਹਿੰਦੇ ਪਾਤਸ਼ਾਹ ਜੀ ਨੇ ਇੱਕ ਤੀਰ ਲਿਆ, ਇੱਕ ਤੀਰ, ਤੇ ਉਸ ਤੀਰ ਦੇ ਨਾਲ ਇੱਕ ਖੰਭ ਜੋੜਿਆ, ਇੱਕ ਖੰਭ, ਤੇ ਖੰਭ ਉਹ ਕਿਸੇ ਪੰਛੀ ਦਾ, ਤੇ ਉਸ ਖੰਭ ਨੂੰ, ਉਹ ਤੋਂ ਪਹਿਲਾਂ ਵੀ ਜਿਹੜਾ ਇੱਕ ਤੀਰ ਸੀ ਨਾ, ਇਹ ਤੀਰ ਇੱਕ ਸੇਵਕ ਨੇ, ਇੱਕ ਸ਼ਰਧਾਲੂ ਨੇ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ ਸੀ।
ਤੇ ਤਾਂ ਮਾਫੀ ਚਾਹਨਾ, ਇਹ ਜਿਹੜਾ ਖੰਭ ਸੀ ਨਾ, ਇਹ ਭੇਟਾ ਦੇ ਤੌਰ ਤੇ ਇੱਕ ਸਿੱਖ ਨੇ ਭੇਟਾ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਸਤਿਕਾਰ ਵਜੋਂ। ਉਹਦੇ ਸਾਖੀ ਵੀ ਥੋੜੀ ਜਿਹੀ ਹੈ, ਜਿਹੜਾ ਆਪਾਂ ਵਿੱਚ ਜੋੜ ਲੈਨੇ ਆ। ਕਹਿੰਦੇ ਜਦੋਂ ਇਹ ਸੇਵਕ ਆਇਆ ਸੀ ਨਾ ਨਾਲ, ਇਹ ਪਾਤਸ਼ਾਹ ਜੀ ਨੂੰ ਭੇਟਾ ਰੱਖਦਾ ਤੇ ਇਹ ਭੇਟਾ, ਇਹ ਖੰਭ, ਇਹ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖਦਾ ਤੇ ਨਾਲ ਫੜ ਕੇ ਰੱਖਦਾ, ਫੜਿਆ ਹੋਇਆ, ਇਹ ਫੜਿਆ ਹੋਇਆ। ਤੇ ਕਹਿੰਦਾ ਜੀ ਗੁਰੂ ਸਾਹਿਬ ਜੀ ਇਹ ਭੇਟਾ ਪ੍ਰਵਾਨ ਕਰੋ। ਪਾਤਸ਼ਾਹ ਜੀ ਨੇ ਕਿਹਾ ਭਾਈ ਜੇ ਭੇਟਾ ਤੇ ਭੇਟਾ ਚਰਨਾਂ 'ਚ ਰੱਖ ਦੇਈਦੀ ਹੁੰਦੀ ਹੈ, ਹੁਣ ਰੱਖਦਾ ਨਹੀਂ ਹੈ, ਜਾਂ ਤਾਂ ਚੁੱਕ ਲੈ ਜਾਂ ਰੱਖਦਾ। ਜਿਹੜੀ ਤੂੰ ਭੇਟਾ ਲੈ ਕੇ ਆਇਆ, ਨਾ ਤੂੰ ਇਸਨੂੰ ਚੁੱਕ ਹੀ ਰਿਹਾ ਨਾ ਰੱਖ ਹੀ ਰਿਹਾ। ਜੇ ਰੱਖਣੀ ਹੈ ਤੇ ਰੱਖ ਦੇ, ਫੜ ਕੇ ਰੱਖੀ ਕਿਉਂ ਹੀ ਹੈ? ਜੇ ਚੁੱਕਣੀ ਹੈ ਪੇ ਚੁੱਕ ਲੈ, ਜੇ ਤੇਰਾ ਮਨ ਨਹੀਂ ਕਰਦਾ, ਮਨ ਦੀ ਪਕੜ ਬਣਾਈ ਹੋਈ ਹੈ ਤਾਂ। ਉਹਦੇ ਸ਼ਰਧਾਲੂ ਕਹਿੰਦਾ ਜੀ ਨਾ ਪਾਤਸ਼ਾਹ ਜੀ, ਇਹ ਮੈਂ ਭੇਟਾ ਦੇਣ ਵਾਸਤੇ ਆਇਆ ਹਾਂ, ਇਹ ਤੇ ਮੈਂ ਗੁਰੂ ਨੂੰ ਹੀ ਸੌਂਪਣੀ ਹੈ ਭੇਟਾ, ਪਰ ਮੈਂ ਤਾਂ ਨਹੀਂ ਇਸ ਨੂੰ ਛੱਡਦਾ ਪਿਆ ਕਿਉਂਕਿ ਇਹ ਜਿਹੜਾ ਖੰਭ ਹੈ ਨਾ, ਕਹਿੰਦੇ ਇੱਕ ਹੁਮਾ ਪੰਛੀ ਦਾ ਖੰਭ ਹੈ। ਪੰਛੀ ਇੱਕ ਹੁਮਾ, ਕਹਿੰਦੇ ਹੁਮਾ ਪੰਛੀ ਦਾ ਇਹ ਖੰਭ ਹੈ। ਤੇ ਜਿਹੜਾ ਹੁਮਾ ਪੰਛੀ ਦਾ ਖੰਭ ਹੈ, ਕਹਿੰਦੇ ਜੀ ਇਸ ਦਾ ਵਾਸਾ ਅਸਮਾਨ 'ਚ ਮੰਨਿਆ ਜਾਂਦਾ ਹੈ, ਇਹਦਾ ਵਾਸਾ ਅਸਮਾਨ ਦੇ ਵਿੱਚ ਮੰਨਿਆ ਜਾਂਦਾ ਹੈ। ਤੇ ਜੇ ਕਿਤੇ ਮੈਂ ਇਸ ਖੰਭ ਨੂੰ ਛੱਡ ਦੇਵਾਂਗਾ ਨਾ ਤੇ ਉੱਡ ਜਾਏਗਾ, ਇਹ ਉੱਪਰ ਚਲਾ ਜਾਏਗਾ, ਅਸਮਾਨ ਦੇ ਵਿੱਚ ਟਿਕੇਗਾ ਨਹੀਂ ਧਰਤੀ ਤੇ, ਕਿਉਂਕਿ ਇਹਦਾ ਵਾਸਾ ਅਸਮਾਨ ਦੇ ਵਿੱਚ ਹੈ। ਤੇ ਜਿਹੜਾ ਖੰਭ ਹੈ ਉੱਪਰ ਉੱਡ ਜਾਏਗਾ, ਇਹ ਤਾਂ ਕਰਕੇ ਮੈਂ ਛੱਡਦਾ ਨਹੀਂ ਪਿਆ। ਕਹਿੰਦੇ ਠੀਕ ਹੈ, ਗੁਰੂ ਸਾਹਿਬ ਜੀ ਨੇ ਇਸ ਨੂੰ ਕਬੂਲ ਕੀਤਾ। ਪਾਤਸ਼ਾਹ ਜੀ ਨੇ ਇਸ ਖੰਭ ਨੂੰ ਆਪਣੇ ਤੀਰ ਦੇ ਨਾਲ ਲਾ ਰਿਆ। ਜਦੋਂ ਪਾਤਸ਼ਾਹ ਜੀ ਸ਼ਿਕਾਰ ਖੇਡਣ ਜਾਂਦੇ ਨੇ, ਗੁਰੂ ਸਾਹਿਬ ਜੀ ਨੇ ਇੱਕ ਤੀਰ ਨਾਲ, ਜਿਸ ਨਾਲ ਇਹ ਹੁਮਾ ਪੰਛੀ ਦਾ ਖੰਭ ਲਾਇਆ ਹੋਇਆ ਸੀ, ਜੜਿਆ ਹੋਇਆ ਸੀ, ਕਹਿੰਦੇ ਭਾਈ ਸਿੱਖੋ ਮੈਂ ਤੀਰ ਛੱਡਦਾ ਤੇ ਜਿੱਥੇ ਇਹ ਡਿੱਗੇਗਾ ਇਹਨੂੰ ਚੁੱਕ ਕੇ ਲਿਆਉਣਾ ਹੈ। ਕਹਿੰਦੇ ਜੀ ਠੀਕ ਹੈ, ਜਿਹੜਾ ਚੁੱਕ ਕੇ ਲਿਆਏਗਾ ਉਹਨੂੰ ਇਨਾਮ ਦਿੱਤਾ ਜਾਏਗਾ। ਸਾਰੇ ਸਿੱਖ ਟਿਕਟਿਕੀ ਲਾ ਕੇ ਦੇਖਣ ਲੱਗ ਪਏ ਕਿ ਗੁਰੂ ਸਾਹਿਬ ਜੀ ਇਨਾਮ ਦੇਣਗੇ, ਬਖਸ਼ਿਸ਼ਾਂ ਦੇਣਗੇ, ਅਸੀਸ ਦੇਣਗੇ, ਸ਼ਾਬਾਸ਼ ਦੇਣਗੇ। ਕਹਿੰਦੇ ਪਾਤਸ਼ਾਹ ਜੀ ਨੇ ਉਤਾਂਹ ਕਰਕੇ ਇਸ ਤੀਰ ਨੂੰ ਛੱਡਿਆ ਤੇ ਤੀਰ ਨੇ ਜਦੋਂ ਛੱਡਿਆ ਅਸਮਾਨ ਵੱਲ ਨੂੰ, ਸਾਰਿਆਂ ਦੀ ਨਿਗਾਹ ਉੱਪਰ ਨੂੰ ਹੈ ਤੇ ਜਦੋਂ ਇਹ ਤੀਰ ਹੈ ਕਹਿੰਦੇ ਥੱਲੇ ਡਿੱਗਿਆ ਹੀ ਨਹੀਂ। ਪਾਤਸ਼ਾਹ ਕਹਿੰਦਾ ਭਾਈ ਚੁੱਕ ਕੇ ਲਿਆਓ। ਖੜੇ ਕਿਉਂ? ਕਹਿੰਦੇ ਜੀ ਪਾਤਸ਼ਾਹ ਕਿੱਥੋਂ ਚੁੱਕ ਕੇ ਲਿਆਈਏ, ਡਿੱਗਦਿਆ ਦਿਖਿਆ ਹੀ ਨਹੀਂ। ਕਿਤੇ ਡਿੱਗਿਆ ਹੋਵੇ ਤੇ ਦੇਖ ਕੇ ਜਿਹੜਾ ਹੈ ਲੈ ਕੇ ਵੀ ਆਈਏ, ਪਰ ਡਿੱਗਿਆ ਹੀ ਨਹੀਂ, ਥੱਲੇ ਆਇਆ ਹੀ ਨਹੀਂ। ਸਾਰੇ ਹੈਰਾਨ ਹੋ ਗਏ। ਪਾਤਸ਼ਾਹ ਜੀ ਨੇ ਇੱਕ ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਪਾਤਸ਼ਾਹ ਜੀ ਇਹ ਕਿਹੜਾ ਕੌਤਕ ਹੈ, ਇੰਜ ਕਿਵੇਂ ਹੋ ਸਕਦਾ ਹੈ? ਉਦੋਂ ਗੁਰੂ ਸਾਹਿਬ ਜੀ ਨੇ ਇਸ ਗੱਲ ਸਮਝਾਉਣ ਵਾਸਤੇ ਜੁਗਤੀ ਵਰਤੀ ਸੀ, ਸਮਝਾਇਆ। ਕਹਿੰਦੇ ਸਿੱਖੋ, ਜਿਸ ਤੀਰ ਦੇ ਨਾਲ, ਜਿਹੜਾ ਤੀਰ ਅਸੀਂ ਛੱਡਿਆ ਨਾ, ਇਹ ਤੀਰ ਦੇ ਨਾਲ ਇਹ ਹੁਮਾ ਪੰਛੀ ਦਾ ਖੰਭ ਜੁੜਿਆ ਸੀ। ਇਸ ਹੁਮਾ ਪੰਛੀ ਦਾ ਵਾਸਾ ਅਸਮਾਨ ਦੇ ਵਿੱਚ ਹੈ ਤੇ ਤਾਂ ਕਰਕੇ ਆਪਣੇ ਸੋਮੇ ਵੱਲ ਨੂੰ ਖਿੱਚ ਰੱਖਦਾ ਹੈ। ਤੇ ਉਸ ਖਿੱਚ ਰੱਖਣ ਕਰਕੇ ਇਹ ਜਿਹੜਾ ਖੰਭ ਹੈ ਆਪਣੇ ਸੋਮੇ ਨੂੰ, ਆਪਣੇ ਉਸ ਪੰਛੀ ਦੇ ਵੱਲ ਨੂੰ ਚਲਾ ਗਿਆ ਤੇ ਨਾਲ ਜੁੜਿਆ ਸੀ ਤੀਰ, ਤੇ ਭਾਈ ਇਹ ਤੀਰ ਵੀ ਨਾਲ ਚਲਿਆ ਗਿਆ। ਇਹ ਸੰਕੇਤ ਸੀ, ਸੰਕੇਤ ਕਿ ਭਾਈ ਹੁਮਾ ਪੰਛੀ ਦਾ ਜੋ ਖੰਭ ਹੈ, ਉਹ ਹੁਮਾ ਪੰਛੀ ਕੌਣ ਹੈ? ਸ਼ਬਦ। ਸ਼ਬਦ ਦਾ ਵਾਸਾ ਗਗਨ ਮੰਨਿਆ ਗਿਆ ਹੈ। ਸ਼ਬਦ ਦਾ ਵਾਸਾ ਗਗਨ ਮੰਨਿਆ ਗਿਆ ਹੈ। ਜੋ ਪੰਜ ਤੱਤ ਨੇ, ਉਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਜੋ ਸ਼ਬਦ ਹੈ, ਸ਼ਬਦ ਦਾ ਵਾਸਾ ਆਕਾਸ਼ ਹੈ, ਗਗਨ ਹੈ। ਤੇ ਜਦੋਂ ਉਸ ਸ਼ਬਦ ਦੇ ਵਿੱਚ ਅਸੀਂ ਸੁਰਤ ਨੂੰ ਜੜ ਲਵਾਂਗੇ ਤੇ ਭਾਈ ਇਹ ਸੁਰਤ ਉਸ ਸ਼ਬਦ ਨਾਲ ਜੁੜ ਕੇ ਇਹ ਵੀ ਗਗਨ ਨੂੰ, ਇਹ ਵੀ ਅਸਮਾਨ ਵੱਲ ਨੂੰ, ਇਹ ਵੀ ਉਤਾਂ ਨੂੰ ਜਾਏਗੀ। ਤੇ ਜਿੱਥੇ ਪਰਮਾਤਮਾ ਦਾ ਵਸ ਹੈ, ਜਿੱਥੇ ਉਹ ਰੱਬ ਵਸਦਾ, ਉਸ ਰੱਬ ਦੇ ਟਿਕਾਣੇ ਤੱਕ ਇਹ ਸ਼ਬਦ ਉਸ ਮਤ ਨੂੰ, ਉਸ ਸੁਰਤ ਨੂੰ ਲੈ ਕੇ ਜਾਣ ਦੀ ਸਮਰੱਥਾ ਰੱਖਦਾ ਹੈ। ਇਹ ਸ਼ਬਦ ਦੀ ਸਮਰੱਥਾ ਹੈ, ਇਹ ਸ਼ਬਦ ਦੀ ਸਮਰੱਥਾ ਹੈ। ਭਾਈ ਕਾਨ ਸਿੰਘ ਨਾਭਾ ਨੇ ਇਸ ਦਾ ਜ਼ਿਕਰ ਕੀਤਾ, ਇਸ ਸਾਰੇ ਪ੍ਰਕਰਨ ਦਾ, ਇੱਕ ਹੁਮਾ ਪੰਛੀ ਦਾ, ਹੁਮਾ ਪੰਛੀ ਦਾ ਜ਼ਿਕਰ ਕੀਤਾ। ਜੋ ਧਾਰਮਿਕ ਗ੍ਰੰਥ ਨੇ ਉਹਨਾਂ 'ਚ ਵੀ ਜ਼ਿਕਰ ਆਇਆ ਹੋਣਾ, ਸ਼ਾਇਦ ਕਿਸੇ ਨੂੰ ਪਤਾ ਹੋਵੇ। ਜਿਹੜੀਆਂ
ਪੱਛਮ ਦੀਆਂ ਪੱਛਮ ਸਭਿਅਤਾ ਦੇ ਨਾਲ ਜਿਹੜੀਆਂ ਸੰਬੰਧਿਤ ਮੂਵੀਆਂ ਹਨ ਨਾ, ਫਿਲਮਾਂ ਹਨ, ਜਿਵੇਂ ਧਾਰਮ ਦੇ ਵਿੱਚ ਕੁਝ ਦਿਖਾਇਆ ਜਾਂਦਾ ਹੈ ਬਾਈਬਲ ਦੇ ਤੌਰ ਤੇ, ਉਹਦੇ ਵਿੱਚ ਇਸ ਹੁਮਾ ਦਾ ਜ਼ਿਕਰ ਵੀ ਆਇਆ ਹੈ, ਇਸ ਹੁਮਾ ਪੰਛੀ ਦਾ ਜ਼ਿਕਰ ਆਇਆ ਹੈ ਤੇ ਉਸ ਪ੍ਰਕਰਣ ਨੂੰ ਦਿਖਾਇਆ ਹੈ। ਤੇ ਉਸ ਪ੍ਰਕਰਣ ਨੂੰ ਭਾਈ ਕਾਂਸੀ ਨਾਭਾ ਨੇ ਆਪਣੇ ਲਿਖਤ ਵਿੱਚ ਦੱਸਿਆ ਵੀ ਹੈ ਕਿ ਭਾਈ ਇੱਕ ਜਿਹੜਾ ਹੁਮਾ ਹੈ ਉਸ ਦਾ ਉਤਪਤੀ ਜਾਂ ਕਿਵੇਂ ਮੰਨਿਆ ਗਿਆ ਹੈ। ਦੇਖਿਆ ਨਹੀਂ ਦੇਖਿਆ ਗੱਲ ਵੱਖਰੀ ਹੈ, ਪਰ ਮੰਨਿਆ ਕਿਵੇਂ ਗਿਆ ਹੈ। ਇਹ ਮੰਨਿਆ ਕਿਵੇਂ ਗਿਆ ਹੈ? ਕਹਿੰਦੇ ਭਾਈ ਜਦੋਂ ਇਸ ਦੀ ਉਤਪਤੀ ਕਿਵੇਂ ਹੁੰਦੀ ਹੈ, ਉਤਪਤੀ ਹੁੰਦੀ ਹੈ ਕਿ ਜਦੋਂ ਇਹਦਾ ਜਿਹੜੇ ਸਾਰੇ ਅੰਡਜ ਜੇਰਸ ਸੇਤਤ ਉਤਪੁਜ ਤੋਂ ਪੈਦਾ ਹੁੰਦੇ ਨੇ ਨਾ, ਕਹਿੰਦੇ ਉਸ ਵੇਲੇ ਇਹ ਨਹੀਂ ਇਸ ਤਰ੍ਹਾਂ ਨਹੀਂ ਪੈਦਾ ਹੁੰਦਾ। ਕਹਿੰਦੇ ਜਦੋਂ ਇਸ ਦਾ ਅੰਤਿਮ ਸਮਾਂ ਹੁੰਦਾ ਨਾ, ਅਖੀਰਲਾ ਸਮਾਂ, ਇੱਕ ਤਿੱਲੇ ਖਿੱਟੇ ਕਰਦਾ ਹੈ। ਇਹ ਤਿੱਲੇ ਖਿੱਟੇ ਕਰਦਾ ਹੈ, ਛੋਟੇ ਛੋਟੇ ਤਿੱਲੇ ਜੇ, ਉਹਨੂੰ ਇਕੱਠੇ ਕਰਦਾ ਹੈ। ਇਕੱਠੇ ਕਰਕੇ ਆਪਣੀ ਚੁੰਝ ਦੇ ਨਾਲ ਭਾਓ ਇੱਕ ਤਰ੍ਹਾਂ ਦੀ ਆਵਾਜ਼ ਕੱਢਦਾ ਹੈ, ਬਹੁਤ ਬੈਰਾਗਮਈ ਜਿਹੜਾ ਸੰਗੀਤ ਆਪਣੇ ਆਪ ਚੋਂ ਕੱਢਦਾ ਚੁੰਝ ਦੇ ਰਾਹੀਂ, ਆਵਾਜ਼ ਦੇ ਰਾਹੀਂ, ਜਿਸ ਦੇ ਨਾਲ ਉਸ ਤਿੱਲੇ ਤੇ ਬੈਠ ਜਾਂਦਾ ਹੈ ਤੇ ਉਸ ਸਾਜ਼ ਦੇ ਨਾਲ ਕਹਿੰਦੇ ਉਹਨਾਂ ਤਿੱਲਿਆਂ 'ਚ ਅੱਗ ਲੱਗ ਜਾਂਦੀ ਹੈ ਤੇ ਉਹਦੇ ਵਿੱਚ ਇਹ ਸੜ ਜਾਂਦਾ ਹੈ, ਉਹਦੇ ਵਿੱਚ ਇਹ ਸੜ ਜਾਂਦਾ ਹੈ। ਜਿਹੜਾ ਇੱਕ ਖੰਭ ਹੈ ਉਹ ਖੰਭ ਬਣ ਕੇ ਉੱਪਰ ਉੱਡ ਜਾਂਦਾ ਹੈ ਤੇ ਉਹਦੇ ਵਿੱਚੋਂ ਇੱਕ ਜਿਹੜਾ ਨਵਾਂ ਹੁਮਾ ਪੰਛੀ ਹੈ ਉਹ ਉੱਡ ਕੇ ਮਤਲਬ ਉਹ ਬਣ ਕੇ ਉੱਡ ਜਾਂਦਾ ਹੈ। ਉਹਦੇ ਵਿੱਚੋਂ ਹੀ ਉਹਦੀ ਉਤਪਤੀ ਹੈ। ਉਹ ਆਂਡੇ ਤੋਂ, ਜੇਰਜ ਤੋਂ, ਸੇਤਜ ਤੋਂ, ਇਹਨਾਂ ਖਾਣੀਆਂ ਤੋਂ ਨਹੀਂ ਪੈਦਾ ਹੁੰਦਾ, ਇਹਨਾਂ ਖਾਣੀਆਂ ਤੋਂ ਨਹੀਂ ਬਣਦਾ। ਇਹ ਮਨੌਤ, ਇਹ ਮੰਨਿਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ। ਇਸ ਵਾਸਤੇ ਮੁੱਖ ਗੱਲ ਕੀ ਹੈ? ਮੁੱਖ ਗੱਲ ਇਹ ਸਮਝਾਇਆ, ਇਸ ਗੱਲ ਦੇ ਨਾਲ ਸਮਝਾਉਣ ਦਾ ਅਰਥ ਤਾਂ ਸੀ ਕਿਉਂਕਿ ਵਿਸ਼ੇਸ਼ਤਾ ਇਹ ਸ਼ਬਦ ਹੀ ਹੈ। ਸ਼ਬਦ ਪੈਦਾ ਨਹੀਂ ਹੁੰਦਾ, ਸ਼ਬਦ ਨਾ ਅੰਡਜ ਵਿੱਚ ਹੈ, ਨਾ ਜੇਰਜ ਵਿੱਚ ਹੈ, ਨਾ ਸੇਤਜ ਵਿੱਚ ਹੈ। ਸ਼ਬਦ ਦਾ ਵਾਸਾ ਸਮਾਨ ਹੈ, ਸ਼ਬਦ ਕਦੇ ਮਰਦਾ ਨਹੀਂ ਹੈ। ਜਿਹੜਾ ਸ਼ਬਦ ਵਿੱਚ ਜੁੜਦਾ ਹੈ ਉਸ ਦੀ ਸੁਰਤ, ਉਸ ਮਨੁੱਖ ਦਾ ਮਨ ਉਹ ਸਿੱਧਾ ਪਰਮਾਤਮਾ ਦੇ ਦਰ ਤੇ ਪਹੁੰਚਾਉਣ ਦੀ ਇਹ ਸਮਰੱਥਾ ਰੱਖਦਾ ਸ਼ਬਦ। ਤੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੀ ਸਮਝਾਇਆ ਸੀ, ਪਰ ਮਨ ਦੀ ਹਾਜ਼ਰੀ ਚਾਹੀਦੀ ਹੈ। ਨਾਮਦੇਵ ਜੀ ਨੇ ਵੀ ਇਸ ਗੱਲ ਨੂੰ ਸਮਝਾਇਆ। ਹੁਣ ਸਵਾਲ ਤੇ ਜਾਣਦੇ ਨੇ, ਮਨ ਦਾ ਜਾਣਦਾ ਇਸ ਗੱਲ ਨੂੰ ਜੀ, ਹਾਂ ਮਨ ਦੀ ਹਾਜ਼ਰੀ ਚਾਹੀਦੀ ਹੈ, ਪਰ ਕਿਵੇਂ ਸਮਝੀਏ, ਕਿਵੇਂ ਇਸ ਮਨ ਨੂੰ ਟਿਕਾਈ, ਮਨ ਨੂੰ ਹਾਜ਼ਰ ਕਿਵੇਂ ਕਰੀ? ਉਦੋਂ ਗੁਰੂ ਸਾਹਿਬ ਜੀ ਦੀ ਬਾਣੀ 'ਚ ਭਗਤ ਨਾਮਦੇਵ ਜੀ ਨੇ ਸਮਝਾਉਣਾ ਕੀਤਾ, ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਭਰਮੀ ਅਲੇ। ਭਾਈ ਕਾਗਜ਼ ਲਿਆਂਦਾ ਛੋਟੇ ਬੱਚੇ ਨੇ ਬਾਜ਼ਾਰੋਂ, ਕਾਟੀ ਲੈ ਗੁੱਡੀ, ਗੁੱਡੀ ਦਾ ਅਰਥ ਹੈ ਪਤੰਗ, ਪਤੰਗ ਪਤੰਗ ਬਣਾ ਲਈ। ਆਕਾਸ਼ ਮਧੇ ਭਰਮੀਆਂ ਲੈ, ਉਸਨੂੰ ਪਤੰਗ ਬਣਾ ਕੇ ਅਸਮਾਨ 'ਚ ਚੜਾ ਦਿੱਤਾ, ਗੁੱਡੀ ਨੂੰ ਉਡਾ ਦਿੱਤੀ ਪਤੰਗ। ਹੁਣ ਜਦੋਂ ਪਤੰਗ ਉਹ ਬੱਚਾ ਉਡਾ ਰਿਹਾ ਹੈ, ਪੰਚ ਜਨਾ ਸਿਉ ਬਾਤ ਬਤਊਆ, ਜਿਹੜੇ ਬੱਚੇ ਪਤੰਗ ਉਡਾਉਂਦੇ ਨੇ ਆਪਣੇ ਹਾਣ ਦੇ ਯਾਰ ਦੋਸਤਾਂ ਨਾਲ ਮਿਲ ਕੇ ਉਡਾਉਂਦੇ ਨੇ ਨਾ, ਹੁਣ ਜਦੋਂ ਰਲ ਮਿਲ ਕੇ ਉਡਾਉਂਦੇ ਨੇ ਤੇ ਇੱਕ ਦੂਜੇ ਨਾਲ ਪੈਜ ਲੱਗਦੀ ਹੈ, ਇੱਕ ਦੂਜੇ ਦੇ ਨਾਲ ਦੇਖ ਕੇ ਜੀ ਹਾਂ ਮੇਰੀ ਪਤੰਗ ਉੱਚੀ ਉੱਡੇਗੀ, ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ ਤੇ ਗੱਲਬਾਤ ਕਰਦਿਆਂ ਹੋਇਆਂ ਹਾਸਾ ਖੇਡਾ ਵੀ ਕਰਦੇ ਰਹਿੰਦੇ ਨੇ। ਗੱਲਬਾਤ ਕਰਦਿਆਂ ਉਹ ਹੱਸਦੇ ਖੇਡਦੇ ਰਹਿੰਦੇ ਨੇ ਨਾ। ਪਰ ਭਗਤ ਨਾਮਦੇਵ ਜੀ ਆਖਦੇ ਨੇ ਪੰਜ ਜਨਾ ਸਿਉ ਬਾਤ ਬਤਊਆ, ਉਹ ਪੰਜ ਜਨਾ ਸਿਉ ਆਪਸ ਦੇ ਵਿੱਚ ਜੋ ਹਾਣ ਦੇ ਦੋਸਤ ਨੇ, ਹੋਰ ਪਤੰਗ ਉਡਾਉਣ ਵਾਲੇ, ਉਹਨਾਂ ਨਾਲ ਬਾਤ ਬਤਊਆ, ਗੱਲਬਾਤ ਕਰਨੀ, ਹਾਸਾ ਖੇਡਾ ਕਰਨਾ। ਉਹਨਾਂ ਨਾਲ ਉਹ ਬੱਚਾ ਗੱਲਬਾਤ ਵੀ ਕਰਦਾ ਹੈ। ਚੀਤ ਸੋ ਡੋਰੀ ਰਾਖੀ ਵਾਲੇ, ਪਰ ਜੋ ਚੀਤ ਹੈ ਉਸ ਡੋਰੀ ਦੇ ਵਿੱਚ ਹੁੰਦਾ ਹੈ, ਉਹਦਾ ਜੋ ਧਿਆਨ ਹੈ ਨਾ ਉਸ ਡੋਰੀ ਦੇ ਵਿੱਚ ਹੁੰਦਾ ਹੈ। ਤੇ ਜੋ ਡੋਰੀ ਦੇ ਵਿੱਚ ਹੁੰਦਾ ਹੈ ਨਾ, ਬਸ ਉਹੀ ਧਿਆਨ ਇਕਾਗਰ ਕਰਨਾ ਹੈ ਜੋ ਉਸ ਦਾ ਧਿਆਨ ਹੈ। ਕਿਹੜਾ ਧਿਆਨ ਹੁੰਦਾ ਹੈ? ਬੇਸ਼ੱਕ ਜਿੰਨੇ ਕੁ ਮਰਜ਼ੀ ਗੱਲਾਂ ਕਰੇ, ਪਰ ਉਸ ਦਾ ਧਿਆਨ ਜਿਵੇਂ ਉਹਦੀ ਪਤੰਗ ਥੱਲੇ ਨੂੰ ਆਏਗੀ ਇੱਕਦਮ ਡੋਰ ਖਿੱਚਦਾ ਹੈ। ਉਹਦਾ ਧਿਆਨ ਹੁੰਦਾ ਜੀ ਮੇਰੀ ਪਤੰਗ ਕੋਈ ਕੱਟ ਨਾ ਦਵੇ,
ਮੇਰੀ ਪਤੰਗ ਕਿਤੇ ਥੱਲੇ ਨਾ ਆ ਡਿੱਗੇ। ਉਹਦਾ ਸਾਰਾ ਧਿਆਨ ਪਤੰਗ ਦੇ ਵਿੱਚ ਹੈ। ਕਹਿੰਦੇ ਬਸ ਇਹੋ ਜਿਹਾ ਧਿਆਨ ਬਣਾਉਣਾ ਹੈ, ਇਹੋ ਜਿਹਾ ਧਿਆਨ ਬਣਾਉਣਾ ਹੈ ਕਿ ਮਨੁੱਖ ਗੱਲਬਾਤ ਵੀ ਕਰੇ ਆਪਣੇ ਹਾਣ ਦੇ ਨਾਲ, ਘਰ ਪਰਿਵਾਰ 'ਚ ਬੈਠਾ ਗੱਲਾਂ ਬਾਤਾਂ ਵੀ ਕਰਦਾ ਹੋਵੇ, ਆਪਣੇ ਸਮਾਜ ਆਪਣੇ ਪਰਿਵਾਰ ਦੇ ਨਾਲ ਰਲ ਮਿਲ ਕੇ ਆਪਣਾ ਸਮਾਜਿਕ ਗੱਲਾਂ ਵੀ ਕਰਦਾ ਹੋਵੇ। ਇਹ ਨਹੀਂ ਸਮਾਜ 'ਚੋਂ ਟੁੱਟ ਜਾਓ, ਘਰ-ਬਾਰ ਛੱਡ ਦਿਓ। ਧਿਆਨ ਜੋੜਨ ਦੀ ਇਹ ਕਲਾ ਨਹੀਂ ਹੈ, ਧਿਆਨ ਜੋੜਨ ਦੀ ਇਹ ਜੁਗਤੀ ਬਿਲਕੁਲ ਨਹੀਂ ਪਾਤਸ਼ਾਹ ਜੀ ਨੇ ਦੱਸਣਾ ਕੀਤੀ ਹੈ। ਧਿਆਨ ਜੁੜਨਾ ਤੇ ਇੱਕ ਵੱਖਰੀ ਕਲਾ ਹੈ, ਇਹਦਾ ਸੰਬੰਧ ਸਰੀਰ ਨਾਲ ਨਹੀਂ ਹੈ। ਤੇ ਭਗਤ ਨਾਮਦੇਵ ਜੀ ਅਗਾਂਹ ਹੋਰ ਜਿਹੜੀ ਵਿਚਾਰ ਦੱਸ ਰਹੇ ਹਨ, ਕਈ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਨੇ। ਮਨ ਰਾਮ ਨਾਮਾ ਬੇਧੀਅਲੇ, ਆਪਣੇ ਆਪ ਨੂੰ ਕਹਿ ਰਹੇ ਹਨ ਰਾਮ ਨਾਮਾ ਬੇਧੀਅਲੇ, ਕਿ ਇਹ ਮੇਰਾ ਮਨ ਪਰਮਾਤਮਾ ਦੇ ਰਾਮ ਦੇ ਨਾਲ, ਉਸ ਰੱਬ ਦੇ ਨਾਮ ਨਾਲ ਬਿੰਨਿਆ ਗਿਆ ਹੈ। ਇਹ ਮੇਰਾ ਮਨ ਉਸ ਰੱਬ ਦੇ ਨਾਮ ਨਾਲ ਬਿੰਨਿਆ ਗਿਆ ਹੈ, ਜੁੜ ਗਿਆ ਹੈ। ਕਿਸ ਤਰ੍ਹਾਂ? ਜੈਸੇ ਕਨ ਕਲਾ ਚਿਤ ਮਾਂਡੀਅਲੇ ਰਹਾਓ। ਦੂਜੀ ਉਦਾਹਰਣ, ਇਹ ਦੂਜੀ ਉਦਾਹਰਣ ਹੈ ਜੈਸੇ ਕਨਕ। ਕਨਕ ਦਾ ਅਰਥ ਹੁੰਦਾ ਸੋਨਾ। ਕਲਾ ਚਿੱਤ, ਚਿੱਤ ਦਾ ਅਰਥ ਚਿੱਤ ਮਨ। ਮਾਂਡੀਅਲੇ, ਮਾਂਡੀਅਲੇ ਦਾ ਮਤਲਬ ਹੈ ਉਸ ਕੰਚਨ ਧਾਤੂ ਨੂੰ ਸ਼ੁੱਧ ਕਰਨਾ। ਕਿ ਜਿਵੇਂ ਇੱਕ ਸੁਨਿਆਰਾ ਹੈ, ਉਹ ਸੁਨਿਆਰਾ ਆਪਣੀ ਦੁਕਾਨ ਤੇ ਬੈਠਾ ਕੁਠਾਲੀ 'ਚ ਸੋਨੇ ਨੂੰ ਪਾ ਕੇ ਉਹਨੂੰ ਸ਼ੁੱਧ ਕਰ ਰਿਹਾ ਹੈ। ਇੰਨੇ ਕੁ ਸਮਾਂ ਨੂੰ ਕੋਈ ਗ੍ਰਾਹਕ ਆ ਗਿਆ। ਕਹਿੰਦੇ ਉਹ ਗ੍ਰਾਹਕ ਨਾਲ ਬੈਠਾ ਉਹਨੂੰ ਬਿਠਾਏਗਾ ਵੀ, ਇਸ਼ਾਰਾ ਕਰੇਗਾ ਭਈ ਬੈਠੋ, ਹਾਂ ਜੀ ਕੀ ਦਿਖਾਵਾਂ, ਕੀ ਚਾਹੀਦਾ। ਕਹਿੰਦੇ ਉਹ ਰਸਨਾ ਦੇ ਨਾਲ ਉਹ ਸਾਰੀ ਗੱਲਬਾਤ ਕਰੇਗਾ, ਆਪਣੇ ਗ੍ਰਾਹਕਾਂ ਦਾ ਵੀ ਧਿਆਨ ਰੱਖੇਗਾ, ਉਹਨਾਂ ਤੋਂ ਪੁੱਛਦਾ ਰਹੇਗਾ, ਗੱਲਬਾਤ ਕਰਦਾ ਰਹੇਗਾ। ਪਰ ਵਿੱਚ ਵਿੱਚ ਉਸ ਦਾ ਜੋ ਧਿਆਨ ਹੈ ਨਾ, ਪੂਰਾ ਧਿਆਨ ਹੈ ਉਹ ਕੁਠਾਲੀ ਵਿੱਚ ਰਹੇਗਾ, ਕੁਠਾਲੀ 'ਚ ਪਏ ਹੋਏ ਸੋਨੇ ਦੇ ਵਿੱਚ ਰਹੇਗਾ, ਕਿਤੇ ਸੋਨਾ ਨਾ ਖਰਾਬ ਹੋ ਜਾਏ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰਾ ਮਨ ਇਸੇ ਤਰੀਕੇ ਨਾਲ ਪਰਮਾਤਮਾ ਦੇ ਨਾਮ ਨਾਲ ਬਿੰਨਿਆ ਗਿਆ ਹੈ। ਜੈਸੇ ਕਨੇ ਕਲਾ ਚਿਤ ਮਾਂਡੀਅਲੇ, ਜਿਵੇਂ ਕਿ ਸੁਨਿਆਰਾ ਕੰਚਨ ਨੂੰ ਸ਼ੁੱਧ ਕਰਦਿਆਂ ਹੋਇਆਂ ਆਪਣੇ ਗ੍ਰਾਹਕਾਂ ਦੇ ਨਾਲ ਗੱਲਬਾਤ ਵੀ ਕਰਦਾ ਹੈ, ਪਰ ਸਾਰਾ ਧਿਆਨ ਉਸ ਦਾ ਕੁਠਾਲੀ 'ਚ ਟਿਕਿਆ ਹੁੰਦਾ ਹੈ। ਆਨੀ ਲੈ ਕੁੰਭ ਭਰਾਈ ਲੈ ਊਦਕ, ਰਾਜ ਕੁਆਰ ਪੁਰੰਦਰੀਏ। ਆਨੀ ਲੈ ਕੁੰਭ, ਕੁੰਭ ਘੜਾ, ਆਨੀ ਲੈ ਲਿਆਂਦਾ, ਭਰਾਈ ਲੈ ਭਰ ਕੇ, ਉਦਕ ਪਾਣੀ, ਰਾਜ ਕੁਆਰ ਕੁਆਰੀਆਂ ਕੰਨੀਆਂ, ਜਵਾਨ ਮੁਟਿਆਰਾਂ, ਪੁਰੰਦਰੀਏ ਦੂਰ ਤੋਂ ਬਾਹਰ ਤੋਂ। ਜਿਸ ਤਰ੍ਹਾਂ ਪਹਿਲਾਂ ਸੀ ਕਿ ਜੋ ਪਾਣੀ ਦੇ ਸਾਧਨ ਸਨ ਬੜੇ ਸੀਮਿਤ ਸਨ, ਪਾਣੀ ਦੇ ਸਾਧਨ ਬੜੇ ਸੀਮਿਤ ਸਨ। ਆਮ ਕਰਕੇ ਖੂਹ ਬਣੇ ਹੋਣੇ ਪਿੰਡ ਤੋਂ ਬਾਹਰ, ਜਾਂ ਪਿੰਡ ਦੇ ਵਿੱਚ ਕੋਈ ਇੱਕ ਅੱਧਾ ਖੂਹ ਹੋਣਾ। ਆਮ ਕਰਕੇ ਤੇ ਪਿੰਡ ਤੋਂ ਬਾਹਰ ਹੀ ਹੁੰਦੇ ਸੀ, 3-4 ਪਿੰਡਾਂ ਦੇ ਲੱਗਦਾ, ਪਿੰਡ ਦਾ ਲੱਗਦਾ ਕੋਈ ਇੱਕੋ ਹੀ ਖੂਹ ਹੋਣਾ। ਤੇ ਜੇ ਇੱਕ ਪਿੰਡ ਦੇ ਵਿੱਚ ਵੀ ਮੰਨ ਲਈਏ, ਜਾਂ ਪਿੰਡ ਤੋਂ ਬਾਹਰ ਮੰਨ ਲਈ ਇੱਕ ਖੂਹ, ਤੇ ਸਾਰੀਆਂ ਜੋ ਸਖੀਆਂ ਸਹੇਲੀਆਂ ਨੇ, ਮੁਟਿਆਰਾਂ ਨੇ, ਬੀਬੀਆਂ ਨੇ ਇਕੱਠੀਆਂ ਹੋ ਕੇ ਜਾਂਦੀਆਂ ਸਨ। ਤੇ ਜਦੋਂ ਇਕੱਠੀਆਂ ਹੋ ਕੇ ਉਹਨਾਂ ਨੇ ਜਾਣਾ, ਤੇ ਇਹ ਤੇ ਹੈ ਨੇ ਕਿ ਇੱਕ ਘੜਾ ਸਿਰ ਤੇ ਰੱਖਿਆ ਤੇ ਚਲੇ ਗਏ। ਪਹਿਲਾਂ ਆਮ ਕਰਕੇ 2-2 3-3 ਘੜੇ ਇੱਕ ਇੱਕ ਬੀਬੀ ਸਿਰ ਤੇ ਲੱਗ ਕੇ ਲੈ ਕੇ ਆਉਂਦੀ ਸੀ, ਪਾਣੀ ਦੇ ਭਰ ਕੇ। ਉਹਨਾਂ ਕੋਲ ਕਲਾ ਸੀ। ਅੱਜ ਵੀ ਇੰਜ ਜਿਹੜੀਆਂ ਇਸਤਰੀਆਂ ਹਨ, ਬੀਬੀਆਂ ਹਨ, ਉਹ ਕਰਦੀਆਂ ਨੇ। ਹੁਣ ਕਹਿੰਦੇ ਉਹੀ ਉਦਾਹਰਣ ਦਿੱਤੀ ਹੈ, ਕਹਿੰਦੇ ਆਨੀ ਲੈ ਕੁੰਭ ਭਰਾਈ ਲੈ ਊਦਕ, ਰਾਜਕੁਆਰ ਪੁਰੰਦਰੀਏ। ਘਰ ਜੋ ਪਾਣੀ ਦੇ ਘੜੇ ਹਨ ਉਹ ਭਰ ਕੇ ਇੱਕ ਦੇ ਉੱਤੇ ਇੱਕ ਰੱਖ ਲਿਆ, 2 ਘੜੇ ਰੱਖ ਲਏ ਸਿਰ ਤੇ, 2 ਘੜੇ ਸਿਰ ਤੇ ਰੱਖ ਲਏ। ਵਾਪਸ ਪਰਤ ਕੇ ਘਰ ਨੂੰ ਆ ਰਹੀਆਂ ਹਨ, ਹਸਤ ਵਿਨੋਦ ਵਿਚਾਰ ਕਰਤੀ ਹੈ। ਵਾਪਸ ਪਰਤਦਿਆਂ ਹੋਇਆਂ ਆਪਸ ਦੇ ਵਿੱਚ ਉਹ ਹੱਸਦੀਆਂ ਹਨ, ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੀਆਂ ਹਨ। ਉਹ ਆਪਸ ਦੇ ਵਿੱਚ ਵਾਪਸ ਮੁੜਦੀਆਂ ਹੋਈਆਂ ਗੱਲਾਂ ਬਾਤਾਂ ਕਰ ਰਹੀਆਂ ਹਨ। ਸਿਰ ਤੇ ਘੜੇ ਰੱਖੇ ਹੋਏ ਨੇ 2-3।
ਤੇ ਗੱਲਾਂ ਕਰਦਿਆਂ ਵਾਪਸ ਪਰਤ ਰਹੀਆਂ ਹਨ। ਪਰ ਕਹਿੰਦੇ ਚੀਤ ਸੋ ਗਾਗਰ ਰਾਖੀ ਅਲੇ, ਪਰ ਉਹਨਾਂ ਦਾ ਸਾਰਾ ਧਿਆਨ ਉਸ ਗਾਗਰ ਦੇ ਵਿੱਚ ਹੈ। ਕਿਤੇ ਗਾਗਰ ਨਾ ਡਿੱਗ ਜਾਏ, ਕਿਤੇ ਗਾਗਰ 'ਚ ਪਿਆ ਹੋਇਆ ਪਾਣੀ ਨਾ ਝਲਕ ਜਿਹੜਾ ਹੈ ਛਲਕ ਜਾਏ। ਪਾਣੀ ਵੱਲ ਧਿਆਨ ਹੈ, ਗਾਗਰ ਵੱਲ ਧਿਆਨ ਹੈ। ਗੱਲਾਂ ਬਾਤਾਂ ਕਰ ਰਹੀਆਂ ਨੇ, ਹੱਸਦੀਆਂ ਹਨ, ਵਿਨੋਦ ਕਰ ਰਹੀਆਂ ਹਨ ਆਪਸ ਦੇ ਵਿੱਚ, ਪਰ ਉਹਨਾਂ ਦਾ ਧਿਆਨ, ਹਰ ਇੱਕ ਦਾ ਧਿਆਨ ਆਪਣੀ ਗਾਗਰ ਦੇ ਵਿੱਚ ਹੈ। ਧਿਆਨ ਸੁਰਤ ਉਸ ਗਾਗਰ ਦੇ ਵਿੱਚ ਹੈ। ਤੇ ਜੇ ਧਿਆਨ ਇਕਾਗਰ ਹੈ ਤੇ ਸਰੀਰ ਆਪੇ ਵਿਵਸਥਿਤ ਹੋਏਗਾ। ਜੇ ਧਿਆਨ ਵਿਵਸਥਿਤ ਹੈ, ਜੇ ਧਿਆਨ ਇਕਾਗਰ ਹੈ ਤੇ ਸਰੀਰ ਆਪੇ ਵਿਵਸਥਿਤ ਹੋਏਗਾ। ਅਗਾਂਹ ਭਗਤ ਨਾਮਦੇਵ ਜੀ ਜੋ ਵਿਚਾਰ ਦੇ ਰਹੇ ਹਨ, 3 ਉਦਾਹਰਨਾਂ ਹੋ ਗਈਆਂ। ਇਹ ਜ਼ਿਆਦਾ ਉਦਾਹਰਣ ਦੇਣ ਦਾ ਵੀ ਇਹੀ ਕਾਰਨ ਹੈ, ਕਿਤੇ ਮਨੁ ਸਮਝੇ ਨਾ ਜੀ ਇੱਕ ਆਧ ਕੋਈ ਗੱਲ ਦੱਸ ਦਿੱਤੀ, ਸਮਝਾ ਦਿੱਤੀ, ਸਮਝ ਹੀ ਨਹੀਂ ਆਈ। ਕਈ ਉਦਾਹਰਨਾਂ ਦਿੱਤੀਆਂ ਭਗਤ ਨਾਮਦੇਵ ਜੀ ਨੇ। ਅਗਾਂਹ ਭਗਤ ਨਾਮਦੇਵ ਜੀ ਬਚਨ ਕਰ ਰਹੇ ਹਨ, ਮੰਦਰ ਏਕ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀ ਵਾਲੇ। ਮੰਦਰ ਏਕ, ਇੱਥੇ ਮੰਦਰ ਦਾ ਅਰਥ ਹੈ ਘਰ। ਇੱਕ ਘਰ ਦੇ ਦੁਆਰ 10, ਇਹ ਮੰਦਰ ਏਕ ਦੁਆਰ ਦਸ ਜਾ ਕੇ, 10 ਦੁਆਰ ਨੇ। 10 ਦੁਆਰ ਪਾਓ ਇੱਕ ਵੱਡਾ ਜਾ ਘਰ ਜਿਹਦੇ 10 ਦਰਵਾਜ਼ੇ ਨੇ। ਗਊ ਚਰਾਵਣ ਛਾਡੀ ਵਾਲੇ, ਆਪ ਜੀ ਨੂੰ ਸ਼ਾਇਦ ਪਤਾ ਹੋਣਾ, ਜਿੱਥੇ ਗਾਵਾਂ ਮੱਝਾਂ ਇੱਕ ਗਵਾਲਾ ਬਣ ਕੇ ਰੱਖਦਾ ਹੈ ਨਾ, ਉਹ ਬਣ ਕੇ ਇਹੋ ਜਿਹੇ ਰੱਖਦਾ ਕਿ ਲੰਮੀ ਜੀ ਇੱਕ ਕਤਾਰ ਵਰਗਾ ਘਰ ਬਣਾ ਲੈਣਾ, ਕਿਉਂਕਿ ਉਹਨੂੰ ਚਾਰਾ ਪਾਉਣ ਵਾਸਤੇ ਇੱਕ ਜੋ ਬਣਾਉਣਾ ਹੁੰਦਾ ਉਸਨੇ ਚੁਰ ਕਹਿ ਦਿੰਦੇ ਨੇ ਆਮ ਤੌਰ ਤੇ ਪੇਂਡੂ ਭਾਸ਼ਾ 'ਚ। ਤੇ ਜਿਹੜਾ ਜਗ੍ਹਾ ਸੀ ਬੜੀ ਸੀਮਤ ਹੁੰਦੀ ਹੈ, ਭਾਵ ਲੰਮੀ ਕਤਾਰ ਵਰਗੀ ਹੁੰਦੀ ਹੈ। ਉੱਤੇ ਛੱਤ ਪਾ ਲੈਣੀ ਤੇ ਉਸਦੇ ਜਿਹੜੇ ਦਰਵਾਜ਼ੇ ਨੇ ਨਾ, ਭਾਵ ਦਰਵਾਜ਼ੇ ਨੇ ਉਹ ਥੋੜ੍ਹੀ ਦੂਰ ਤੇ ਰੱਖਣੇ ਹੁੰਦੇ। ਹੁਣ ਜੇ 50 ਪਸ਼ੂ ਨੇ, ਹੁਣ 50 ਪਸ਼ੂਆਂ ਨੂੰ ਇੱਕੋ ਦਰਵਾਜ਼ੇ ਦੇ ਨਾਲ ਤੇ ਵਾੜ ਕੇ ਉਹਨਾਂ ਨੇ ਰੱਖਣਾ ਨਹੀਂ। ਆਮ ਕਰਕੇ ਖੁੱਲ੍ਹੀ ਜਿਹੀ ਛੱਤ ਹੁੰਦੀ ਹੈ ਤੇ ਉਸਦੇ ਕਈ ਜਿਹੜੇ ਹਨ ਦਰਵਾਜ਼ੇ ਰੱਖੇਗਾ ਗਵਾਲਾ, ਤਾਂ ਕਿ ਜਿੱਥੇ ਉਹ ਬੰਨਿਆ ਹੋਇਆ ਭਈ ਉੱਥੋਂ ਆਪਣਾ ਨਿਕਲ ਕੇ ਬਾਹਰ ਆ ਜਾਏ। ਫਿਰ ਸ਼ਾਮ ਨੂੰ ਜਦੋਂ ਬੰਨਣਾ ਹੋਵੇ ਤੇ ਉੱਥੇ ਆਰਾਮ ਨਾਲ ਬੰਨਿਆ ਜਾ ਸਕੇ। ਇਸ ਲਈ 10 ਦੁਆਰ ਕਹਿ ਦਿੱਤੇ ਕਿ ਮੰਦਰ ਏਕ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀ ਵਾਲੇ। ਉਸ ਗਵਾਲੇ ਨੇ ਉਹਨਾਂ ਗਾਵਾਂ ਨੂੰ ਚਰਾਉਣ ਵਾਸਤੇ ਛੱਡ ਦਿੱਤਾ, ਖੋਲ ਦਿੱਤਾ, ਲੈ ਗਿਆ ਚਰਾਉਣ ਵਾਸਤੇ ਖੁੱਲੇ ਵਿੱਚ। ਤੇ ਜਦੋਂ ਉਹ ਗਵਾਲਾ ਲੈ ਗਿਆ, ਉਹਨਾਂ ਗਾਵਾਂ ਨੂੰ ਪਿੱਛੇ ਕੌਣ ਰਹਿ ਗਏ? ਪਿੱਛੇ ਜਿਹੜੇ ਬੱਚੇ ਨੇ, ਛੋਟੇ ਨੇ, ਉਹ ਉੱਥੇ ਛੱਡ ਕੇ ਜਾਂਦਾ ਹੈ। ਜਦੋਂ ਗਵਾਲਾ ਹੈ ਉਹਨਾਂ ਬੱਚਿਆਂ ਨੂੰ ਛੱਡ ਕੇ ਜਾਂਦਾ ਹੈ ਘਰੇ ਹੀ, ਗਾਵਾਂ ਦੇ ਬੱਚਿਆਂ ਨੂੰ, ਛੋਟੇ ਜਿਹੜੇ ਨੇ, ਜੋ ਕਿ ਚੱਲ ਨਹੀਂ ਸਕਦੇ ਬਹੁਤੀ ਦੇਰ ਤੱਕ, ਖੜੇ ਨਹੀਂ ਹੋ ਸਕਦੇ ਬਹੁਤੀ ਦੇਰ ਤੱਕ, ਉਹਨਾਂ ਛੋਟੇ ਜੋ ਬੱਚੇ ਹਨ ਗਾਵਾਂ ਦੇ, ਉਹਨਾਂ ਨੂੰ ਉੱਤੇ ਛੱਡ ਕੇ ਜਾਂਦਾ ਹੈ। ਗਾਵਾਂ ਨੂੰ ਲੈ ਗਿਆ ਚਰਾਉਣ ਵਾਸਤੇ। ਤੇ ਹੋਇਆ ਕਿ 5 ਕੋਸ ਪਰ ਗਊ ਚਰਾਵਤ, ਦੂਰ ਚਰਾਉਂਦਾ ਆਪਣੇ ਖਲਵਾੜੇ ਤੋਂ, ਆਪਣੇ ਟਿਕਾਣੇ ਤੋਂ। ਚੀਤ ਸੋ ਬਸ਼ਰਾ ਰਾਖੀ ਵਾਲੇ, ਪਰ ਜੋ ਉਹ ਗਾਂ ਹੈ ਨਾ, ਉਹ ਗਾਂ ਘਾਹ ਵੀ ਚਰਦੀ ਹੈ, ਆਪਣੇ ਬੱਚੇ ਵਾਸਤੇ ਦੁੱਧ ਵੀ ਸਿੰਚਦੀ ਹੈ, ਇਕੱਠਾ ਕਰਦੀ ਹੈ। ਉਹ ਘਰ ਤੋਂ ਵੀ ਦੂਰ ਆ ਗਈ ਹੈ, ਆਪਣੇ ਟਿਕਾਣੇ ਤੋਂ ਵੀ ਦੂਰ ਆ ਗਈ ਹੈ। ਉਹ ਸਭ ਕੰਮ ਕਰ ਰਹੀ ਹੈ, ਪੈਰਾਂ ਤੋਂ ਚੱਲ ਵੀ ਰਹੀ ਹੈ, ਉਹ ਆਪਣੇ ਦੰਦਾਂ ਤੋਂ ਘਾਹ ਵੀ ਚਰ ਰਹੀ ਹੈ, ਉਹਨੂੰ ਚਬਾ ਵੀ ਰਹੀ ਹੈ, ਦੁੱਧ ਵੀ ਇਕੱਠਾ ਕਰ ਰਹੀ ਹੈ ਆਪਣੇ ਅੰਤਰ, ਆਪਣੇ ਬੱਚੇ ਵਾਸਤੇ। ਪਰ ਇਹ ਸਭ ਕੁਝ ਕਾਰ ਵਿਵਹਾਰ ਕਰਦਿਆਂ ਹੋਇਆਂ, ਕਰਮ ਕਰਦਿਆਂ ਹੋਇਆਂ, ਉਸ ਗਾਂ ਦਾ ਜੋ ਮਨ ਹੈ ਨਾ, ਉਹ ਆਪਣੇ ਬੱਚੇ 'ਚ ਟਿਕਿਆ ਹੋਇਆ ਹੈ। ਚੀਤ ਸੋ ਬਸ਼ਰਾ ਰਾਖੀ ਵਾਲੇ, ਉਹਦਾ ਮਨ ਆਪਣੇ ਬੱਚੇ ਦੇ ਵਿੱਚ ਹੈ, ਉਹਦਾ ਧਿਆਨ ਗਾਂ ਦਾ ਆਪਣੇ ਬੱਚੇ ਦੇ ਵਿੱਚ ਟਿਕਿਆ ਹੋਇਆ ਹੈ। ਬਸ ਇਹੋ ਜਿਹਾ ਧਿਆਨ ਟਿਕਾਉਣਾ ਹੈ, ਇਹੋ ਜਿਹਾ ਧਿਆਨ ਹੈ। ਹੋਰ ਅਗਾਂਹ ਗੱਲ ਭਗਤ ਨਾਮਦੇਵ ਜੀ ਦੱਸ ਰਹੇ ਨੇ, ਕਹਿਤ ਨਾਮਦੇਵ ਸੁਨੋ ਤਿਲੋਚਨ, ਬਾਲਕ ਪਾਲਨ ਪੌੜੀ ਵਾਲੇ। ਨਾਮਦੇਵ ਜੀ ਆਖ ਰਹੇ ਨੇ ਸੁਨੋ ਤਿਲੋਚਨ, ਤਿਲੋਚਨ ਜੀ ਨੂੰ ਦੱਸ ਰਹੇ ਨੇ ਬਾਲਕ ਪਾਲਨ ਪੌੜੀ ਵਾਲੇ। ਪੌੜੀ ਵਾਲੇ ਦਾ ਅਰਥ ਹੈ ਪਾਲਣਾ।
ਜਿਸ ਤਰ੍ਹਾਂ ਇੱਕ ਮਾਂ ਛੋਟੇ ਬੱਚੇ ਨੂੰ ਪਾਲਣੇ ਵਿੱਚ ਪਾ ਦਿੰਦੀ ਹੈ, ਪਾਲਣੇ ਵਿੱਚ ਪਾ ਦਿੱਤਾ, ਜੇ ਬੱਚਾ ਖੇਡ ਰਿਹਾ ਸੌਂ ਰਿਹਾ ਪਾਲਣੇ 'ਚ ਪਾ ਕੇ ਉਹ ਪਾਲਣੇ ਨੂੰ ਹਿਲਾ ਦਿੱਤਾ ਤੇ ਆਪਣਾ ਕੰਮਕਾਰ ਕਰਨ ਲੱਗ ਪਈ। ਤੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਾਰਕ ਰਾਖੀਆ ਲੈ। ਉਸ ਪਾਲਣੇ ਦੇ ਵਿੱਚ ਪਏ ਬੱਚੇ, ਜਿਹੜਾ ਬੱਚਾ ਪਾਲਣੇ 'ਚ ਮਾਂ ਨੇ ਸਵਾਇਆ ਹੈ ਉਹ ਸੁੱਤਾ ਪਿਆ ਜਾਂ ਖੇਡ ਰਿਹਾ ਹੈ, ਬੇਸ਼ੱਕ ਉਹ ਪਾਲਣੇ ਵਿੱਚ ਪਾ ਦਿੱਤਾ ਹੈ ਤੇ ਪਾਲਣੇ 'ਚ ਪਾ ਕੇ ਅੰਤਰ ਬਾਹਰ ਕਾਰਜ ਵਿਰੋਧੀ, ਅੰਤਰ ਬਾਹਰ ਹੋ ਕੇ ਕੋਈ ਕਦੇ ਵਿਹੜੇ 'ਚ ਆ ਗਈ, ਕਦੇ ਘਰ 'ਚ, ਕਦੇ ਕਿਚਨ 'ਚ ਚਲੀ ਗਈ, ਰਸੋਈ ਘਰ 'ਚ ਜਾ ਕੇ ਕੁਝ ਕੀਤਾ, ਕਈ ਝਾੜੂ ਪੋਚਾ ਕਰ ਰਹੀ ਹੈ, ਕਿੰਨੇ ਕੰਮ ਨੇ। ਉਹ ਘਰ ਦੇ ਵਿੱਚ ਸਾਰੇ ਕੰਮ ਕਰ ਰਹੀ ਹੈ, ਉਹਨੂੰ ਖਾਣਾ ਵੀ ਬਣਾਉਣਾ ਹੈ, ਉਹਨੇ ਝਾੜੂ ਪੋਚਾ ਵੀ ਕਰਨਾ ਹੈ, ਉਹਨੇ ਹੋਰ ਕੱਪੜੇ ਆਦਿਕ ਵੀ ਧੋਣੇ ਨੇ, ਉਹਨੇ ਵਿਹੜਾ ਵੀ ਸਾਫ਼ ਕਰਨਾ ਹੈ। ਇਹ ਸਾਰੇ ਕੰਮਕਾਰ ਕਰਦੇ ਹੋਏ ਵੀ ਜੋ ਉਸ ਮਾਂ ਦਾ ਚਿੱਤ ਹੈ ਨਾ, ਚਿੱਤ ਚੀਤ ਸੁਬਾਰਕ ਰਾਖੀਆ ਲੈ, ਉਸ ਬੱਚੇ ਦੇ ਵਿੱਚ ਉਹਦਾ ਸਾਰਾ ਚਿੱਤ ਜੁੜਿਆ ਹੈ, ਉਹਦਾ ਜੋ ਧਿਆਨ ਹੈ ਉਹ ਸਾਰਾ ਧਿਆਨ ਉਸ ਬੱਚੇ ਦੇ ਵੱਲ ਹੈ, ਸਾਰਾ ਧਿਆਨ ਉਸ ਬੱਚੇ ਦੇ ਵੱਲ ਹੈ। ਜਦੋਂ ਹੀ ਬੱਚਾ ਥੋੜਾ ਜਿਹਾ ਵੀ ਰੋਂਦਾ ਹੈ, ਥੋੜਾ ਜਿਹਾ ਉਹ ਕੁਰਲਾਉਂਦਾ ਹੈ, ਇੱਕਦਮ ਮਾਂ ਨੂੰ ਪਤਾ ਲੱਗ ਜਾਂਦਾ ਹੈ, ਉਹ ਸਾਰੇ ਕੰਮ ਵਿੱਚ ਛੱਡ ਕੇ ਉਸ ਦੇ ਵੱਲ ਦੌੜਦੀ ਹੈ। ਐਸੇ ਤਰ੍ਹਾਂ ਇਹ ਨਾਮਦੇਵ ਜੀ ਨੇ ਦੱਸਿਆ, ਕੁਝ ਜੁਗਤੀਆਂ ਦੱਸੀਆਂ ਨੇ ਕਿ ਭਾਈ ਮਨ ਨੂੰ ਟਿਕਾਣਾ, ਮਨ ਦੀ ਹਾਜ਼ਰੀ, ਇਹ ਤੇ ਅਤ ਜ਼ਰੂਰੀ ਹੈ। ਇਹ ਤੇ ਸਾਰੇ ਜਾਣਦੇ ਨੇ ਜੀ, ਤਨ ਦੇ ਨਾਲ ਨਾਲ ਮਨ ਦੀ ਹਾਜ਼ਰੀ ਚਾਹੀਦੀ ਹੈ, ਮਨ ਵੀ ਇਕਾਗਰ ਚਾਹੀਦਾ ਹੈ। ਬਾਣੀ ਨੇ ਵੀ ਬਹੁਤ ਹਿਦਾਇਤਾਂ ਕੀਤੀਆਂ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪਰ ਇਹ ਟਿਕੇ ਕਿਵੇਂ, ਇਹਦੀ ਜੁਗਤੀ ਕੀ ਹੈ, ਇਹ ਸੰਭਵ ਕਿਵੇਂ ਹੈ? ਤੇ ਜੋ ਦੁਨਿਆਵੀ ਕਾਰ ਵਿਵਹਾਰ ਹੈ, ਜੋ ਦੁਨਿਆਵੀ ਗੱਲਾਂ ਨੇ, ਉਹਦੇ ਨਾਲ ਜੋੜ ਕੇ ਭਗਤ ਨਾਮਦੇਵ ਜੀ ਨੇ ਕੁਝ ਜੁਗਤੀਆਂ ਸਮਝਾਈਆਂ ਤੇ ਸਮਝਾਉਣਾ ਕੀਤਾ। ਜੇ ਇਸ ਤਰੀਕੇ ਨਾਲ ਸਾਡਾ ਮਨ ਜੁੜਦਾ ਹੈ, ਇਸ ਵਿਧੀ ਦੇ ਨਾਲ ਸਾਡਾ ਮਨ ਇਕਾਗਰ ਹੈ, ਤੇ ਫਿਰ ਭਗਤੀ ਕਰਦੇ ਹਾਂ ਕਿਉਂ ਨਹੀਂ। ਤ੍ਰਿਲੋਚਨ ਜੀ ਦਾ ਨਾਮ ਵਿਸ਼ੇਸ਼ ਤੌਰ ਤੇ ਆਇਆ ਹੈ। ਕਿਉਂ ਆਇਆ? ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜੋ ਨਾਮਦੇਵ ਜੀ ਤੇ ਤ੍ਰਿਲੋਚਨ ਜੀ ਨੇ ਨਾ, ਇਹ ਸਮਕਾਲੀ ਭਗਤ ਗਿਣੇ ਗਏ ਨੇ, ਇਹ ਸਮਕਾਲੀ ਭਗਤ ਗਿਣੇ ਗਏ ਨੇ। ਸਮਕਾਲੀ ਦਾ ਅਰਥ ਇੱਕੋ ਸਮਾਂ 'ਚ ਹੋਏ ਨੇ, ਪਰ ਅਵਸਥਾ ਦਾ ਫਰਕ ਹੈ। ਨਾਮਦੇਵ ਜੀ ਦੀ ਅਵਸਥਾ ਉੱਚੀ ਹੈ, ਤ੍ਰਿਲੋਚਨ ਜੀ ਦਾ ਅਭਿਆਸ ਹੈ, ਇਹ ਮੰਨਿਆ ਹੈ। ਸਮਕਾਲੀ ਨੇ ਪਰ ਅਵਸਥਾ ਦਾ ਫਰਕ ਹੈ। ਨਾਮਦੇਵ ਜੀ ਦੀ ਅਵਸਥਾ ਉੱਚੀ ਹੈ ਤੇ ਤ੍ਰਿਲੋਚਨ ਜੀ ਦੀ ਅਵਸਥਾ ਹਾਲੇ ਅਭਿਆਸ ਹੈ। ਤੇ ਉਸ ਅਭਿਆਸ ਦੇ ਅਸਰ ਹੇਠ ਹੋਣ ਕਰਕੇ ਨਾਮਦੇਵ ਜੀ ਨੂੰ ਇੱਕ ਸਵਾਲ ਕੀਤਾ ਸੀ। ਆਪ ਜੀ ਬਾਣੀ 'ਚ ਪੜੋਗੇ ਬਚਨ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਸ਼ਿਪੋ ਛਾਇਲੇ ਰਾਮ ਨ ਲਾਵੋ ਚੀਤ। ਭਈ ਨਾਮਦੇਵ ਜੀ ਨੂੰ ਕਹਿੰਦੇ ਭਗਤ, ਪਰ ਨਾਮਦੇਵ ਜੀ ਨੂੰ ਮੈਂ ਭਗਤੀ ਕਰਦਿਆਂ ਵੇਖਿਆ ਨਹੀਂ। ਮੈਨੂੰ ਤੇ ਲੱਗਦਾ ਕਿ ਨਾਮਦੇਵ ਜੀ ਮਾਇਆ ਵਿੱਚ ਮੋਹੇ ਹੋਏ ਨੇ, ਉਹਨਾਂ ਨੂੰ ਮਾਇਆ ਦੀ ਪਕੜ ਜ਼ਿਆਦਾ ਹੈ, ਧਨ ਦੀ ਪਕੜ ਜ਼ਿਆਦਾ ਹੈ। ਕਿਉਂਕਿ ਜੇ ਧਨ ਦੀ ਪਕੜ ਨਾ ਹੁੰਦੀ, ਜਦੋਂ ਵੀ ਵੇਖਦਾ ਹਾਂ ਕਾਹੋਂ ਛਿਪੇ ਛਾਏ, ਕਾਹੇ ਛਿਪੋ ਛਾਇਲੇ, ਭਈ ਆਪਣਾ ਛਾਪਾ ਹੀ ਲਾਈ ਜਾਂਦੇ ਨੇ, ਕੱਪੜੇ ਰੰਗੀ ਜਾਂਦੇ ਨੇ, ਨਾਮ ਜਪਦਿਆਂ ਤੇ ਵੇਖਿਆ ਹੀ ਨਹੀਂ। ਕਿਉਂਕਿ ਨਾਮ ਜਪਣ ਦੀ ਪਰਿਭਾਸ਼ਾ ਲੋਕੀ ਦੱਸਦੇ ਨੇ ਜੀ, ਸਭ ਕੁਝ ਕੰਮ ਕਾਜ ਛੱਡ ਕੇ ਫਿਰ ਹੀ ਨਾਮ ਜਪਿਆ ਜਾਣਾ ਹੈ। 4-4 6-6 8-8 ਘੰਟੇ ਬਹਿ ਕੇ ਭਾਵੇਂ ਬਾਣੀ ਦਾ ਪਾਠ ਕਰਨਾ ਹੋਵੇ, ਸੁਣਨਾ ਹੋਵੇ, ਸੰਗਤ ਕਰਨੀ ਹੋਵੇ, ਜਾਂ ਕੋਈ ਹੋਰ ਧਾਰਮਿਕ ਕਰਮ ਧਰਮ ਕਰਨਾ ਹੋਵੇ, ਪਰਿਭਾਸ਼ਾ ਤੇ ਲੋਕੀ ਇਹੀ ਦਿੰਦੇ ਨੇ। ਜਿਹੜਾ ਰਹਿਣ ਸਬਾਈ ਹੋਵੇ ਤੇ ਉਹਦੇ ਵਿੱਚ ਜਿਹੜਾ ਪੂਰੀ ਰਾਤ ਬਹਿ ਕੇ ਬਾਣੀ ਦਾ ਪਾਠ ਕਰੇ, ਸੁਣੇ, ਬੰਦਾ ਕਹਿੰਦਾ ਜੀ ਬਸ ਇਹੀ ਵੱਡਾ ਭਗਤ ਹੈ। ਲੋਕਾਂ ਦੇ ਵਿੱਚ ਤੇ ਪਰਿਭਾਸ਼ਾ ਇਹੀ ਹੈ, ਪ੍ਰਚਲਨ ਤੇ ਇਹੀ ਹੈ। ਇਹੀ ਕੁਝ ਨਾਮ ਦੇ ਤ੍ਰਿਲੋਚਨ ਜੀ ਨੂੰ ਲੱਗਿਆ। ਤ੍ਰਿਲੋਚਨ ਜੀ ਕਹਿੰਦੇ ਨੇ ਵੀ ਭਗਤੀ ਕਰੇ ਤੇ ਭਗਤੀ ਕਰਦਾ ਬੰਦਾ ਦਿਖੇ, ਨਜ਼ਰ ਆਏ। ਮੈਨੂੰ ਤੇ ਨਜ਼ਰ ਆਉਂਦਾ ਸਵੇਰ ਉੱਠਦਿਆਂ ਸਾਰ, ਜਦੋਂ ਆ ਕੇ ਦੇਖੀਏ ਆਪਣੀ ਦੁਕਾਨ ਤੇ ਖੜ ਕੇ, ਆਪਣੇ ਟਿਕਾਣੇ ਤੇ ਆ ਕੇ, ਠੀਏ ਤੇ ਆ ਕੇ ਕੱਪੜਾ ਰੰਗਣ ਲੱਗ ਜਾਂਦੇ ਨੇ, ਸ਼ਾਮ ਨੂੰ ਵਾਪਸ ਪਰਤਦੇ ਨੇ। ਭਗਤੀ ਕਦੋਂ ਕਰਦੇ? ਕਿਉਂ ਲੋਕੀ ਭਗਤ ਕਹਿੰਦੇ? ਉਦੋਂ ਜਵਾਬ ਦਿੱਤਾ ਸੀ, ਸਵਾਲ ਸੀ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਤਿਲੋਚਨ ਜੀ ਕਹਿ ਰਹੇ ਕਾਹੇ ਛਿਪੋ ਛਾਇਲੇ,
राम न लावो चीत। नामदेव जी ने जवाब दिता, नामा कहे तिलोचना, मुख ते राम समाल, हाथ पांव कर काम सब, चीत निरंजन नाल। कि नामदेव जी आखदे ने त्रिलोचन जी परमात्मा ही नहीं कहता भाई सारे काम काज छड़ के तुसां भगती करो, माला फड़ के माला फेरी जावो जां होर कोई धर्म कर्म करो ते काम कार छड़ के ना। रब ते कहंदा भाई किरत करो, रब ते कहंदा उद्यमी बनो, उद्यम करेंदियां जियो तू, कमाउंदियां सुख पहुंच, ध्याएंदियां तू प्रभु मिल, नानक उतरे चिंद। इस ਲਈ ਨਾਮਾ ਆਖਹਿ ਤਿਲੋਚਨਾ, ਮੁਖ ਤੇ ਰਾਮ ਸਮਾਲ। ਭਾਈ ਕੰਠ ਦੇ ਨਾਲ ਉਸ ਰੱਬ ਦੇ ਨਾਮ ਨੂੰ ਜੜ ਲੈ, ਹਾਥ ਪਾਉ ਕਰ ਕਾਮ ਸਭ, ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰੋ, ਆਪਣੇ ਪਰਿਵਾਰ ਦੀ ਪਾਲਣਾ ਵੀ ਕਰਨੀ ਹੈ, ਕਿਰਤਕਾਰ ਕਰੋ, ਜੋ ਸਾਡੇ ਸਮਾਜਿਕ ਕਰਮ ਨੇ ਉਹ ਵੀ ਕੰਮ ਕਰੋ, ਹੋਰ ਜਿਹੜੇ ਹੱਥ ਪੈਰਾਂ ਦੇ ਨਾਲ ਕਾਰ ਵਿਹਾਰ ਕਰੋ, ਪਰ ਚੀਤ ਨਿਰੰਜਨ ਨਾਲ, ਚਿੱਤ ਸਾਡਾ ਰੱਬ ਨਾਲ ਜੁੜਿਆ ਹੋਵੇ, चेते च परमात्मा होवे, चेते च रब होवे। ते इस वास्ते इत्थे भी बचन आए ने कि अंतर बाहर काज विरोधी, चीत सुबारक राखियले, कहत नामदेव सुनो तिलोचन। मन सिखिया है तिलोचन जी दे राही सारे जगत नूं। सो पातशाह जी ने विचार बख्शिश कीती। भुलां चूकां दी खिमा, फतेह दी सांझ पाओ। वाहिगुरू जी का खालसा, वाहिगुरू जी की फतेह। जपो सतनाम 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 जी। सतनाम 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 जी।